विरोधी धिर दे सांसद राहुल गांधी हुणी भी इस हफ्ते किसान संसद 'ਚ हिस्सा लेके आए ने, यानी कि उन्होंने मानता दे दी है किसान संसद नूं, जिहड़ा पैरलल एक पार्लीमेंट चल रहा है। अज तो हफ्ता क पहला सब तो पहला केरल के भी सांसद किसानी इस दे विच संसद दे विच गए सन। थल्ले बैठ के वो कहते भी तुहाडा फैसला साडी तुसीं बोलण नहीं देना, इस करके असीं इहनूं सुनना। कल तकरीबन 16 पार्टियां दे सांसद राहुल गांधी उहदे विच एक सन, वो उत्थे गए। ਜਿਹੜੇ ਇੱਥੇ ਸਭ ਤੋਂ ਵੱਡੇ ਕਿਸਾਨਾਂ ਦੇ ਹਮਾਇਤੀ ਬਣੇ ਫਿਰਦੇ ਨੇ, 2 ਰਾਜ ਸਭਾ ਦੇ ਮੈਂਬਰ ਨੇ ਨਾ, 2 ਲੋਕ ਸਭਾ 'ਚ ਨੇ ਪਤੀ ਪਤਨੀ, ਤੇ 3 ਉਹਨਾਂ ਦੇ ਰਾਜ ਸਭਾ ਦੇ ਵਿੱਚ। ਇੱਕ ਰਾਜ ਸਭਾ ਦੇ ਵਿੱਚ ਢੀਂਡਸਾ ਸਾਹਿਬ ਉਹਨਾਂ ਦੇ ਨਾਲ ਨਹੀਂ ਹੈਗੇ। ਉਹ ਰਾਜ ਸਭਾ ਦੇ ਵਿੱਚ ਉਹਨਾਂ ਦਾ ਕੌਣ ਹੈ? ਬਲਵਿੰਦਰ ਸਿੰਘ ਭੂੰਦੜ ਤੇ ਨਰੇਸ਼ ਗੁਜਰਾਲ। ਹਾਲੇ ਤੱਕ ਉਹਨਾਂ ਨੇ ਹਮਾਇਤ ਨਹੀਂ ਕੀਤੀ। SOI ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ ਦੇ ਸਾਬਕਾ ਪ੍ਰਧਾਨ ਸੀ, ਉਹਨਾਂ ਦਾ ਦਿਨ ਦਿਹਾੜੇ ਕਤਲ ਕੀਤਾ ਜਾਂਦਾ ਹੈ। ਹਾਂਜੀ, ਵਿੱਕੀ ਬਿੱਟੂ ਖੇੜਾ। ਇਹ ਦਿਨ ਦਿਹਾੜੇ ਹੋਣਾ ਤੇ ਜਿਹੜੇ ਮੁੱਖ ਮੰਤਰੀ ਸਾਹਿਬ ਨਾਲ ਬੈਠੇ ਨੇ, ਲਾ ਐਂਡ ਆਰਡਰ ਅਮਨ ਕਾਨੂੰਨ ਦੀ ਸਥਿਤੀ ਉਹਨਾਂ ਕੋਲ ਹੈ। ਇਹ ਅਮਨ ਕਾਨੂੰਨ ਦਾ ਬਹੁਤ ਵੱਡਾ ਜਨਾਜ਼ਾ ਕੱਢਿਆ ਜਾ ਰਿਹਾ ਹੈ। ਜਦੋਂ ਵੀ ਪੰਜਾਬ ਦੇ ਵਿੱਚ ਰਾਜਨੀਤੀ ਦੀ ਫਿਜ਼ਾ ਬਦਲੀ ਹੈ, ਉਦੋਂ ਪੰਜਾਬ ਨੂੰ ਨਾ ਅਜਮਾਇਸ਼ੀ ਤੌਰ ਦੇ ਉੱਤੇ ਲੈ ਆਉਂਦਾ ਜਾਂਦਾ ਹੈਗਾ। ਅੱਜ ਵੀ ਜਿਹੜੇ ਹਾਲਾਤ ਪੰਜਾਬ ਦੇ ਪੈਦਾ ਕੀਤੇ ਜਾ ਰਹੇ ਨੇ, ਇਹ ਸਾਨੂੰ ਪਿਛਲੇ ਜਿਹੜੇ 2 ਦਹਾਕੇ ਇੱਥੇ ਖਾੜਕੂਬਾਦ ਰਿਹਾ, ਉਹਦੇ ਤੋਂ ਅਸੀਂ ਸਬਕ ਕੋਈ ਨਹੀਂ ਸਿੱਖਿਆ। बीजेपी ਦਾ ਇਸ ਵੇਲੇ ਕੀ ਹਾਲ ਹੈ ਪੰਜਾਬ ਦੇ ਵਿੱਚ? ਕਿਉਂਕਿ ਬਹੁਤ ਸਾਰੇ ਲੋਕ ਜਾਣਨਾ ਚਾਹ ਰਹੇ ਨੇ। BJP ਆਉਣਾ ਵੀ ਚਾਹ ਰਹੀ ਹੈ, ਵੱਖੋ-ਵੱਖ ਤਰ੍ਹਾਂ ਦੇ ਬਿਆਨ ਵੀ ਜਾਰੀ ਕਰ ਰਹੀ ਹੈ, ਸਿੱਖਾਂ ਦਾ ਤੇ ਨਰਿੰਦਰ ਮੋਦੀ ਦੇ ਰਿਸ਼ਤੇ ਬਾਰੇ ਕਿਤਾਬਾਂ ਰਿਲੀਜ਼ ਕਰ ਰਹੀ ਹੈ। ਯਾਨੀ ਕਿ ਪੰਜਾਬ ਨੂੰ ਉਹ ਛੱਡਣਾ ਨਹੀਂ ਚਾਹੁੰਦੇ, ਪਰ ਹਾਲਾਤ ਕੋਈ ਬਹੁਤੇ ਵਧੀਆ ਨਹੀਂ ਲੱਗਦੇ ਉਹਨਾਂ ਦੇ। ਤਾਜ਼ਾ ਜਿਹੜੀ ਸਥਿਤੀ ਕੀਤੀ ਆ, ਉਹਨਾਂ ਨੇ ਸਿੱਖਾਂ ਦਾ ਪ੍ਰਧਾਨ ਮੰਤਰੀ ਨਾਲ ਸੰਬੰਧ ਇੱਕ ਕਿਤਾਬ ਜਾਰੀ ਕੀਤੀ ਹੈ। 69 ਪੇਜਾਂ ਦੀ ਇਹ ਕਿਤਾਬ ਹੈ। ਉਹਦੇ ਵਿੱਚ ਉਹਨਾਂ ਨੇ ਵਰਣਨ ਕੀਤਾ ਵੀ ਦੇਖੋ, ਤੁਹਾਡਾ ਜਿਹੜਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਮਨਾਇਆ, ਅਸੀਂ ਨਾਲ ਸ਼ਾਮਲ ਹੋਏ। ਗੁਰੂ ਤੇਗ ਬਹਾਦਰ ਸਾਹਿਬ ਦਾ 400 ਸਾਲਾ ਮਨਾਇਆ, ਅਸੀਂ ਤੁਹਾਡੇ ਨਾਲ ਹੋਏ। ਤਾਂ ਬਹੁਤ ਸਾਰੇ ਸਿੱਖਾਂ ਦੇ ਜਿਹੜੇ ਕਾਲੀ ਸੂਚੀ 'ਚੋਂ ਨਾਂ ਕੱਢੇ ਗਏ ਨੇ, ਉਹ ਮੋਦੀ ਸਾਹਿਬ ਨੇ ਕੱਢੇ ਨੇ। ਕਰਤਾਰਪੁਰ ਸਾਹਿਬ ਦਾ ਲਾਂਘਾ ਖਿਲਾਉਣ ਦੇ ਵਿੱਚ ਮੋਦੀ ਸਾਹਿਬ ਨੇ ਬਹੁਤ ਵੱਡੀ ਭੂਮਿਕਾ ਅਦਾ ਕੀਤੀ ਹੈ। ਇਹ ਸਾਰਾ ਕੁਝ ਉਹਦੇ 'ਚ ਕਾਫੀ ਕੁਝ ਨੇ ਜਿਹੜੇ ਇਹਦੇ ਵਿੱਚ ਪਾਏ ਗਏ ਨੇ। ਉਹ ਹੁਣ ਧੜਾ ਧੜ ਵੱਖ-ਵੱਖ ਭਾਸ਼ਾਵਾਂ ਦੇ ਵਿੱਚ ਪੰਜਾਬ ਦੇ ਵਿੱਚ ਵੰਡੀ ਜਾ ਰਹੀ ਹੈ ਕਿ ਤੁਹਾਨੂੰ ਐਵੇਂ ਲੱਗਿਆ, ਅਸਲ ਦੇ ਵਿੱਚ ਤਾਂ ਸਿੱਖਾਂ ਦੇ ਸਭ ਤੋਂ ਵੱਡੇ ਰਹਿਨੁਮਾ ਤਾਂ ਮੋਦੀ ਸਾਹਿਬ ਨੇ। ਧਰਮ ਦੇ ਉੱਤੇ ਰਾਜਨੀਤੀ ਜਿਹੜੀ ਕਰਨੀ ਹੈ, ਇਹ ਸਾਡੇ ਦੇਸ਼ 'ਚ ਹੀ ਹੁੰਦੀ ਹੈ। ਇਹ ਪਤਾ ਨਹੀਂ ਕਿਉਂ ਹੁੰਦੀ ਹੈ, ਜਦ ਕਿ ਇਹ ਚੀਜ਼ਾਂ ਤੋਂ ਸਾਨੂੰ ਦਰਕਿਨਾਰ ਹੋਣਾ ਚਾਹੀਦਾ। ਸਾਨੂੰ ਸਮਝਾਉਣਾ ਚਾਹੀਦਾ ਲੀਡਰਾਂ ਨੂੰ ਕਿ ਭਾਈ ਤੁਹਾਨੂੰ ਕੀ ਜ਼ਰੂਰਤ ਪੈ ਗਈ ਹੈ ਸਿੱਖਾਂ ਨਾਲ ਤੁਹਾਡਾ ਰਿਸ਼ਤਾ ਦੱਸਣ ਦੀ। ਤੁਸੀਂ ਦੇਖੋ ਵੀ ਰਾਜਨੀਤੀ ਹੁੰਦੀ ਕਿਵੇਂ ਹੈ। ਹੁਣ ਕਹਿੰਦੇ ਜੀ 15 ਅਗਸਤ ਨੂੰ ਅਸੀਂ ਇੱਕ ਤਿਰੰਗਾ ਯਾਤਰਾ ਕੱਢਣੀ ਹੈ। ਕੱਲ ਭਗਵੰਤ ਮਾਨ ਨੇ ਪਾਰਲੀਮੈਂਟ ਦੇ ਵਿੱਚ ਐਸੀ ਤੈਸੀ ਫੇਰੀ। ਉਹ ਕਹਿੰਦਾ ਜਿਹੜੀ ਪਾਰਟੀ ਦਾ ਨਾਗਪੁਰ ਹੈੱਡਕੁਆਟਰ ਹੋਵੇ ਤੇ 5 ਦਹਾਕੇ ਉੱਥੇ ਰਾਸ਼ਟਰੀ ਝੰਡਾ ਚਲਾਇਆ ਹੀ ਨਹੀਂ ਕਦੇ, ਹੁਣ ਉਹਨਾਂ ਨੂੰ ਰਾਸ਼ਟਰੀ ਝੰਡੇ ਦਾ ਹੇਜ ਆ ਗਿਆ। ਇੱਕ ਹਾਕੀ ਦੀ ਖਿਡਾਰਨ ਜਿਹੜੀ ਅੰਤਰਰਾਸ਼ਟਰੀ ਪੱਧਰ ਤੇ ਭਾਰਤ ਨੂੰ ਰਿਪਰੈਜ਼ੈਂਟ ਕਰਦੀ ਹੈ, ਉਹਦੇ ਘਰਦਿਆਂ ਨਾਲ ਦੁਰਵਿਹਾਰ ਹੁੰਦਾ ਆ, ਪਟਾਕੇ ਚੱਲਦੇ ਨੇ ਜਦੋਂ ਇੰਡੀਆ ਹਾਰਦਾ ਆ। ਐ ਲੱਗਿਆ ਕਿ ਹਰਿਦੁਆਰ ਦੇ ਵਿੱਚ ਪਾਕਿਸਤਾਨ ਬਣ ਗਿਆ ਹੁੰਦਾ ਆ ਜਿੱਦਾਂ। ਇਹ ਜਿਹੜੇ ਸਿਆਸਤਦਾਨ ਪੈਰ ਪੈਰ ਦੇ ਉੱਤੇ ਸਿਆਸਤਾਂ ਕਰਦੇ ਨੇ, ਲੋਕਾਂ ਨੂੰ ਲੜਾਉਂਦੇ ਨੇ, ਮਾਨਸਿਕਤਾ ਲੋਕਾਂ ਦੀ ਬਦਲ ਕੇ ਰੱਖਦੀ। ਇਹ ਗਰੀਬ ਮਾਨਸਿਕਤਾ ਦੇ ਵਿੱਚੋਂ ਨਿਕਲੀ ਹੋਈ ਗੱਲ ਹੈ ਨਾ ਕਿ ਉਹਦੇ ਘਰ ਦੇ ਅੱਗੇ ਜਾ ਕੇ ਤਾਂ ਬੱਚੜ ਪਾਉਣਾ, ਮੱਧ ਸ਼ਬਦ ਬੋਲਣੇ। ਤਾਂ ਕਹਿੰਦੇ ਜੀ ਥਾਣੇਦਾਰ ਨੇ ਕਾਰਵਾਈ ਕੀਤੀ ਆ। ਥਾਣੇਦਾਰ ਦੀ ਥਾਂ ਦੇ ਉੱਤੇ ਪੰਜਾਬ ਉਹਨਾਂ ਦਾ ਜਿਹੜਾ ਮੁਖੀ ਹੈ ਪੁਲਿਸ ਦਾ, ਆਪਣਾ ਉਸ ਰਾਜ ਦਾ, ਝਾਰਖੰਡ ਦਾ ਨਾ ਉੱਤਰਾਖੰਡ ਦਾ, ਉਹ ਕਿੱਥੇ ਸੀਗਾ? ਭਾਰਤ ਹਾਰ ਰਿਹਾ, ਤੁਹਾਡੀ ਛੱਤ ਤੇ ਪਟਾਕੇ ਚੱਲਦੇ ਆ, ਤੁਹਾਨੂੰ ਪਤਾ ਨਾ ਹੋਵੇ। ਕਿਹੋ ਜਿਹਾ ਬੇਹੁਦਾ ਬਿਆਨ ਹੈ ਇਹ। ਅੱਜ ਜਦੋਂ ਇਹ ਸਾਰਾ ਵੀਡੀਓ ਦੇ ਵਿੱਚ ਆ ਗਿਆ, ਹੁਣ ਉੱਥੋਂ ਦਾ ਜਿਹੜਾ DIG ਹੈ ਉਹ ਤੇ SSP ਉਹ ਅੱਗੇ ਆਏ ਨੇ। ਅੱਗੇ ਕੀ ਵਾਪਰਦਾ ਹੈਗਾ ਇਹ ਤੁਸੀਂ ਦੇਖੋ ਤਾਂ ਸਹੀ ਨਾ, ਵੀ ਸਾਡੀ ਮਾਨਸਿਕਤਾ ਖੜੀ ਕਿੱਥੇ ਆ। ਅਸੀਂ ਅਜੇ ਵੀ ਉਹੀ 17ਵੀਂ ਸਦੀ ਦੇ ਵਿੱਚ ਤੁਰੇ ਫਿਰਦੇ ਆ। ਇੱਕ ਪਾਸੇ ਦੁਨੀਆ ਜਿਹੜੀ ਹੈਗੀ ਹੈ ਉਹ ਮੰਗਲ ਗ੍ਰਹਿ ਤੱਕ ਜਾ ਪਹੁੰਚੀ ਹੈ, ਚੰਦ ਤੱਕ ਪਹਿਲਾਂ ਜਾ ਪਹੁੰਚੇ ਸੀ ਅਸੀਂ, ਉਹ ਕਿੱਥੋਂ ਤੱਕ ਪਹੁੰਚੇ ਨੇ। ਤੇ ਲੇਕਿਨ ਸਾਡੇ ਰਾਜਨੀਤਿਕ ਲੋਕਾਂ ਨੇ ਸਾਨੂੰ, ਜੇ ਰਵਿੰਦਰ ਜੀ ਬਹੁ ਗਿਣਤੀ ਮੰਤਰੀ, ਬਹੁ ਗਿਣਤੀ ਲੋਕ ਸਭਾ ਦੇ ਮੈਂਬਰ, ਵਿਧਾਨ ਸਭਾਵਾਂ ਦੇ ਮੈਂਬਰ
ਇਹ ਗਰੀਬ ਮਾਨਸਿਕਤਾ ਚੋਂ, ਜਿਹੜੀ ਮਾੜੀ ਮਾਨਸਿਕਤਾ ਹੈ, ਅਪਰਾਧਿਕ ਮਾਨਸਿਕਤਾ ਚੋਂ ਆਉਣਗੇ ਤੇ ਫਿਰ ਇਹੋ ਜਿਹਾ ਕੁਛ ਹੀ ਹੋਵੇਗਾ। ਹਾਕੀ ਦੇ ਮੈਚ ਲੋਕਾਂ ਨੇ 올림픽ਸ ਦੇ ਵਿੱਚ ਦੇਖੇ ਨੇ, ਇੰਨੇ ਜ਼ਿਆਦਾ ਰੋਚਕ ਮੈਚ ਸੀਗੇ, ਉਹ ਇੰਨੇ ਫਸਵੇਂ ਮੈਚ ਸੀਗੇ ਕਿ ਲੋਕਾਂ ਦਾ ਇੰਟਰਸਟ ਦੁਬਾਰਾ ਹਾਕੀ 'ਚ ਬਣ ਗਿਆ। ਪਰ ਪੰਜਾਬ ਦੇ ਵਿੱਚ ਮੈਦਾਨ ਨਹੀਂ ਹੈਗੇ ਹਜੇ ਹਾਕੀ ਦੇ ਪਲੇਅਰ ਤਿਆਰ ਕਰਨ ਲਈ। ਇਹ ਸਾਡੇ ਲਈ ਸ਼ਰਮ ਦੀ ਗੱਲ ਹੈ। ਜਿਹੜੇ ਅੰਤਰਰਾਸ਼ਟਰੀ ਪੱਧਰ ਦੇ ਮੈਦਾਨ ਤਾਂ ਛੱਡੋ, ਘਾਹ ਵਾਲੇ ਮੈਦਾਨ ਕਿਹੜਾ ਪੂਰੇ ਨੇ ਜੀ। ਤਾਂ ਬੰਦੇ ਬਿਆਨ ਦੇ ਰਹੇ ਨੇ ਚੈਨਲਾਂ ਦੇ ਬਹਿ ਕੇ, ਪਿਛਲੀ ਸਾਡੀ ਸਰਕਾਰ ਦੇ 10 ਸਾਲਾਂ ਵਿੱਚ ਜਿਹੜੇ ਸਟੇਡੀਅਮ ਅਸੀਂ ਬਣਾਏ ਇਹ ਉਹਨਾਂ ਵਿੱਚੋਂ ਨਿਕਲੇ ਨੇ। ਉਹ ਭੜੂਓ ਕੁਦੇ ਮਾੜਾ ਮੋਟਾ ਦੇਖ ਲਿਆ ਕਰੋ ਵੀ ਬੋਲਦੇ ਹੋ ਕੀ ਹੈ। ਇਹਦੇ ਵਿੱਚ ਸਭ ਤੋਂ ਵੱਧ ਖਿਡਾਰੀ ਤਾਂ ਸੁਰਜੀਤ ਅਕੈਡਮੀ ਦੇ ਨੇ। ਖਬਰ ਤੋੜ ਪ੍ਰੋਗਰਾਮ ਦੇ ਵਿੱਚ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ ਜੀ। ਗੱਲ ਕਰਾਂਗੇ ਸਰਦਾਰ ਜਸਪਾਲ ਸਿੰਘ ਢਿੱਲੋਂ ਹੋਣਾ ਨਾਲ ਇਸ ਹਫ਼ਤੇ ਦੀਆਂ ਘਟਨਾਵਾਂ ਬਾਰੇ। ਇਸ ਹਫ਼ਤੇ ਦੇ ਵਿੱਚ ਕੀ ਕੁਝ ਖਾਸ ਰਿਹਾ ਉਹਨਾਂ ਤੇ ਚਾਨਣ ਪਾਵਾਂਗੇ ਤੇ ਉਹਨਾਂ ਨੂੰ ਤੋੜ ਮਰੋੜ ਕੇ ਜਿਸ ਤਰੀਕੇ ਨਾਲ ਮੀਡੀਆ ਦੇ ਵਿੱਚ ਪੇਸ਼ ਕੀਤਾ ਜਾਂਦਾ ਆ ਉਹਦੀ ਸੱਚਾਈ ਤੁਹਾਡੇ ਤੱਕ ਰੱਖਾਂਗੇ, ਤੁਹਾਡੇ ਸਾਹਮਣੇ ਲੈ ਕੇ ਆਵਾਂਗੇ। ਗੱਲ ਕਰਾਂਗੇ ਪਹਿਲਾਂ 올림픽ਸ ਦੀ, ਜਿੱਥੇ ਇੱਕ ਹਾਕੀ ਖਿਡਾਰਨ ਨੇ ਮੈਚ ਹਾਰਿਆ ਜ਼ਰੂਰ ਹੈ ਇੰਡੀਆ, ਪਰ ਲੋਕਾਂ ਦੇ ਜਿੱਦਾਂ ਦਿਲ ਜਿੱਤੇ ਨੇ ਸਾਡੀ ਵੂਮਨ ਟੀਮ ਨੇ। ਪਰ ਇੰਡੀਆ ਦੇ ਵਿੱਚ ਇੰਡੀਆ ਦੇ ਹਾਰਨ ਦੇ ਉੱਤੇ ਪਟਾਕੇ ਚਲਾਏ ਗਏ ਨੇ ਉੱਚ ਜਾਤੀ ਦੇ ਲੋਕਾਂ ਵੱਲੋਂ, ਜਦ ਕਿ ਉਹ ਖਿਡਾਰਨ ਇੱਕ ਉਹਨੂੰ ਜਾਤੀ ਸੂਚਕ ਸ਼ਬਦ ਬੋਲੇ ਗਏ। ਉੱਥੇ ਉਹਨਾਂ ਦੇ ਪਰਿਵਾਰ ਦੇ ਨਾਲ ਬਦਤਮੀਜ਼ੀ ਕੀਤੀ ਗਈ ਹੈ। ਹਰਿਦੁਆਰ ਦੀ ਉਹ ਖਿਡਾਰਨ ਹੈ ਵੰਦਨਾ ਕਟਾਰੀਆ, ਉਹਦੇ ਬਾਰੇ ਗੱਲ ਹੋਊਗੀ। ਕਿਸਾਨ ਸੰਸਦ ਬਾਰੇ ਗੱਲ ਹੋਊਗੀ, ਜਿੱਥੇ ਰਾਹੁਲ ਗਾਂਧੀ ਤੇ ਵਿਰੋਧੀ ਧਿਰਾਂ ਦੇ ਨੇਤਾ ਕਿਸਾਨ ਸੰਸਦ ਦੇ ਵਿੱਚ ਹਿੱਸਾ ਲੈ ਕੇ ਆਏ ਨੇ। ਯਾਨੀ ਕਿ ਇੱਕ ਪੈਰਲਲ ਸੰਸਦ ਜਿਹਨੂੰ ਸਰਕਾਰ ਕਹਿੰਦੀ ਹੈ ਕਿ ਇਹਨੂੰ ਮਾਨਤਾ ਨਹੀਂ ਮਿਲਣੀ ਚਾਹੀਦੀ, ਵਿਰੋਧੀ ਧਿਰਾਂ ਉਹਨੂੰ ਮਾਨਤਾ ਦੇ ਕੇ ਆਈਆਂ ਨੇ, ਉੱਥੇ ਸ਼ਮੂਲੀਅਤ ਕਰਕੇ ਆਈਆਂ ਨੇ। ਤੇ ਇਸ ਦੇ ਨਾਲ ਹੀ ਭਾਜਪਾ ਦਾ ਪੰਜਾਬ ਪੱਤਾ ਹੁਣ ਕੀ ਕਹਿ ਰਿਹਾ ਆ। ਤੇ ਇੱਕ ਕਤਲ ਹੋਇਆ ਅੱਜ ਦਿਨ ਦਿਹਾੜੇ ਮੋਹਾਲੀ ਦੇ ਵਿੱਚ ਇੱਕ ਨੌਜਵਾਨ ਦਾ, ਭਾਵੇਂ ਉਹ ਅਕਾਲੀ ਦਲ ਦਾ ਨੇਤਾ ਸੀ, ਯੂਥ ਲੀਡਰ ਸੀ, ਪਰ ਜਿਸ ਤਰੀਕੇ ਦੇ ਨਾਲ CCTV ਦੀ ਫੁਟੇਜ ਸਾਹਮਣੇ ਆਈ ਹੈ ਤੇ ਉਹਨੂੰ ਸ਼ਰੇਆਮ ਮੋਹਾਲੀ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ। ਇਹਦੇ ਨਾਲ ਪੰਜਾਬ ਦੇ ਹਾਲਾਤ ਕਿਸ ਤਰ੍ਹਾਂ ਦੇ ਬਣ ਚੁੱਕੇ ਨੇ, ਇਹ ਸਾਰੀਆਂ ਚੀਜ਼ਾਂ ਬਾਰੇ ਗੱਲ ਕਰਾਂਗੇ ਅੱਜ ਸਰਦਾਰ ਜਸਪਾਲ ਸਿੰਘ ਢਿੱਲੋਂ ਹੋਣਾ ਨਾਲ। ਢਿੱਲੋਂ ਸਾਹਿਬ ਸਵਾਗਤ ਹੈ ਜੀ ਤੁਹਾਡਾ। ਬਹੁਤ ਬਹੁਤ ਸ਼ੁਕਰੀਆ ਰਵਿੰਦਰ ਜੀ, ਮਿਹਰਬਾਨੀ। ਢਿੱਲੋਂ ਸਾਹਿਬ, ਸਭ ਤੋਂ ਪਹਿਲੀ ਗੱਲ, ਇੱਕ ਹਾਕੀ ਦੀ ਖਿਡਾਰਨ ਜਿਹੜੀ ਅੰਤਰਰਾਸ਼ਟਰੀ ਪੱਧਰ ਤੇ ਭਾਰਤ ਨੂੰ ਰਿਪਰੈਜ਼ੈਂਟ ਕਰਦੀ ਹੈ, ਉਹਦੇ ਘਰਦਿਆਂ ਨਾਲ ਦੁਰਵਿਹਾਰ ਹੁੰਦਾ ਆ, ਪਟਾਕੇ ਚੱਲਦੇ ਨੇ ਜਦੋਂ ਇੰਡੀਆ ਹਾਰਦਾ ਆ, ਐ ਲੱਗਿਆ ਕਿ ਹਰਿਦੁਆਰ ਦੇ ਵਿੱਚ ਪਾਕਿਸਤਾਨ ਬਣ ਗਿਆ ਹੁੰਦਾ ਆ। ਜਿੱਦਾਂ ਦੇਖੋ, ਖੇਡ ਨੂੰ ਖੇਡ ਭਾਵਨਾ ਨਾਲ ਲੈਣਾ ਚਾਹੀਦਾ ਹੈ। ਉਹ ਖਿਡਾਰੀ ਜਿਹੜੇ ਇਸ ਲੈਵਲ ਤੱਕ ਪਹੁੰਚੇ, ਕਦੇ ਕਿਸੇ ਨੇ ਸੋਚਿਆ ਕਿ ਉਹ ਕਿੱਥੋਂ ਤੁਰੇ ਸੀ? ਇਹ ਵੰਦਨਾ ਕਟਾਰੀਆ ਇੱਕ ਗਰੀਬ ਪਰਿਵਾਰ ਦੀ ਲੜਕੀ ਹੈ। ਕਾਫੀ ਪਰਿਵਾਰ ਨੇ ਮਿਹਨਤ ਮੁਸ਼ੱਕਤ ਦੇ ਨਾਲ ਉਹਨੂੰ ਇਸ ਯੋਗ ਬਣਾਇਆ, ਉਹ ਸਾਰਾ ਕੁਝ ਨਜ਼ਰਅੰਦਾਜ਼ ਕਰਤਾ। ਰਾਣੀ ਰਾਮਪਾਲ ਜਿਹੜੀ ਹਰਿਆਣੇ ਦੀ ਹੈ, ਸਾਡੀ ਕਪਤਾਨ ਹੈ, ਉਹਦੇ ਪਿਤਾ ਜੀ ਇੱਕ ਰੇਹੜਾ ਬਾਉਂਦੇ ਸੀ। ਇਸੇ ਤਰ੍ਹਾਂ ਇੱਕ ਕੁੜੀ ਹੈ ਨਿਸ਼ਾ, ਉਹਦੇ ਪਿਤਾ ਜੀ ਦਰਜੀ ਪਣੇ ਦਾ ਕੰਮ ਕਰਦੇ ਨੇ। ਇਸੇ ਤਰ੍ਹਾਂ ਸਾਡੀ ਮਿਆਰੀ ਕਲਾਂ ਦੀ ਗੁਰਜੀਤ ਹੈ, ਉਹਦੇ ਪਿਤਾ ਨੇ ਮੋਟਰਸਾਈਕਲ ਵੇਚਿਆ ਆਪਣਾ ਉਹਨੂੰ ਹਾਕੀ ਖਿਡਾਉਣ ਵਾਸਤੇ। ਇਹ ਜਿਹੜੇ ਸਿਆਸਤਦਾਨ ਪੈਰ ਪੈਰ ਦੇ ਉੱਤੇ ਸਿਆਸਤਾਂ ਕਰਦੇ ਨੇ, ਲੋਕਾਂ ਨੂੰ ਲੜਾਉਂਦੇ ਨੇ, ਮਾਨਸਿਕਤਾ ਲੋਕਾਂ ਦੀ ਬਦਲ ਕੇ ਰੱਖਤੀ। ਇਹ ਗਰੀਬ ਮਾਨਸਿਕਤਾ ਦੇ ਵਿੱਚੋਂ ਹੀ ਨਿਕਲੀ ਹੋਈ ਗੱਲ ਹੈ ਨਾ ਕਿ ਉਹਦੇ ਘਰ ਦੇ ਅੱਗੇ ਜਾ ਕੇ ਧੱਬਚੜ ਪਾਉਣਾ, ਮੱਧ ਸ਼ਬਦ ਬੋਲਣੇ। ਤਾਂ ਕਹਿੰਦੇ ਜੀ ਥਾਣੇਦਾਰ ਨੇ ਕਾਰਵਾਈ ਕੀਤੀ ਆ। ਥਾਣੇਦਾਰ ਦੀ ਥਾਂ ਦੇ ਉੱਤੇ ਪੰਜਾਬ, ਉਹਨਾਂ ਦਾ ਜਿਹੜਾ ਮੁਖੀ ਹੈ ਪੁਲਿਸ ਦਾ ਆਪਣਾ ਉਸ ਰਾਜ ਦਾ, ਝਾਰਖੰਡ ਦਾ ਨਾ ਉੱਤਰਾਖੰਡ ਦਾ, ਉਹ ਕਿੱਥੇ ਸੀਗਾ? ਉੱਥੋਂ ਦਾ ਮੁੱਖ ਮੰਤਰੀ ਕਿੱਥੇ ਸੀ? ਗ੍ਰਹਿ ਮੰਤਰੀ ਕਿੱਥੇ, ਜਿਹੜਾ ਸਾਰੀ ਪੁਲਿਸ ਨੂੰ ਆਪਦੇ ਗਿੱਟੇ ਨਾਲ ਬੰਨ੍ਹੀ ਫਿਰਦਾ ਹੈਗਾ? ਇਹ ਸਾਰਿਆਂ ਨੇ ਅੱਜ ਤੱਕ ਸੰਸਦ ਦੇ ਵਿੱਚ ਇਸ ਮਾਮਲੇ ਦੇ ਉੱਤੇ ਝਾਰਖੰਡ ਦੇ ਵਿੱਚੋਂ ਕਿਸੇ ਨੇ ਉਠਾਇਆ? ਜੇ ਉਠਾਉਂਦਾ ਕੋਈ ਉੱਤਰਾਖੰਡ, ਝਾਰਖੰਡ ਨਹੀਂ, ਉੱਤਰਾਖੰਡ ਦੇ ਵਿੱਚ ਇਹ ਸਾਰਾ ਕੁਝ ਕਿਸੇ ਨੇ ਇਹਨੂੰ ਉਠਾਇਆ। ਉਹ ਝਾਰਖੰਡ ਇਸ ਕਰਕੇ ਹੈ ਕਿ ਉੱਥੋਂ ਦੀ ਇੱਕ ਕੁੜੀ ਆ ਸਲੀਮਾ ਜੀ, ਸਲੀਮਾ ਨੂੰ ਉਹ ਝਾਰਖੰਡ ਦੀ ਆ, ਉਹਦੀ ਜਿਹੜੀ ਭੈਣ ਹੈ ਉਹਨੇ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਆਪਣੀ ਭੈਣ ਨੂੰ ਹਾਕੀ ਦੀ ਟੀਮ 'ਚ ਲਿਆਂਦਾ। ਇੱਕ ਕੁੜੀ ਉੜੀਸਾ ਦੀ ਹੈ, ਜਿੱਦਣ ਇਹ ਮੈਚ ਹੋ ਰਿਹਾ ਸੀ ਉਹਦੇ ਪਿੰਡ ਬਿਜਲੀ ਉਹ ਨਹੀਂ,
ਸੀਗੀ ਉਦੋਂ ਲਾਈਨਾਂ ਲੂਣਾ ਟੁੱਟੀਆਂ ਹੋਈਆਂ ਸੀ, ਕੀ ਹੋਇਆ। ਤਾਂ ਇਹ ਸਾਰਾ ਕੁਝ ਜਦੋਂ ਵਾਪਰਦਾ, ਇਹ ਉਹ ਬੱਚੇ ਨੇ ਜਿਹੜੇ ਆਰਥਿਕ ਪੱਖੋਂ ਕਮਜ਼ੋਰ ਵਰਗਾਂ 'ਚੋਂ ਪੈਦਾ ਹੋ ਕੇ ਇੱਥੋਂ ਤੱਕ ਪਹੁੰਚੇ, ਤੇ ਉੱਥੇ ਜਾ ਕੇ ਇਹ ਗਰੀਬ ਮਾਨਸਿਕਤਾ ਵਾਲੇ, ਜਿਹੜੇ ਮਾੜੀ ਮਾਨਸਿਕਤਾ ਵਾਲੇ, ਬਿਮਾਰ ਮਾਨਸਿਕਤਾ ਵਾਲੇ ਲੋਕ ਇਸ ਤਰ੍ਹਾਂ ਦਾ ਧਮੱਚੜ ਪਾਉਂਦੇ ਆ। ਹੁਣ ਤੱਕ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸੁੱਟਣਾ ਚਾਹੀਦਾ ਸੀ। ਨਿੱਕੇ ਮੋਟੇ ਪਰਚੇ ਦੀ ਗੱਲ ਨਹੀਂ, ਉਹਨਾਂ ਦੀ ਜ਼ਰੂਰਤ ਕਿਵੇਂ ਪੈ ਗਈ। ਜਿਹੜੀ ਕੱਲ ਇਹ ਬੱਚੀਆਂ ਹਾਰੀਆਂ ਨੇ, ਕੱਲ ਜਿਹੜੇ 3 ਗੋਲ ਕੀਤੇ ਗਏ ਭਾਰਤੀ ਟੀਮ ਵੱਲੋਂ, ਉਹਦੇ ਵਿੱਚ ਕੱਲ ਵੀ ਇੱਕ ਗੋਲ ਜਿਹੜਾ ਸੀਗਾ ਉਹ ਬੰਦਰਾਂ ਦਾ ਸੀ, ਤੇ ਇਹਨਾਂ ਨੂੰ ਸ਼ਰਮ ਵੰਦਨਾ ਕਟਾਰੀਆ ਨੇ ਇੱਕ ਗੋਲ ਕੀਤਾ ਆ ਜਦੋਂ ਹਾਰੇ ਨੇ। ਪਰ ਜਦੋਂ ਅਰਜਨਟੀਨਾ ਤੋਂ ਹਾਰੀ ਸੀ ਇੰਡੀਆ ਦੀ ਟੀਮ, ਉਦੋਂ ਉਹਨਾਂ ਦੇ ਘਰ ਦੇ ਨੇੜੇ ਜਾ ਕੇ ਪਟਾਕੇ ਚਲਾਏ ਗਏ। ਇਹ ਦੋਸ਼ ਹੈ ਉਹਨਾਂ ਦੇ ਪਰਿਵਾਰ ਵੱਲੋਂ। ਵੰਦਨਾ ਕਟਾਰੀਆ ਨੇ ਇਹ ਕਿਹਾ ਟੋਕੀਓ ਦੇ ਵਿੱਚ, ਜਦੋਂ ਉਹਨੂੰ ਪੁੱਛਿਆ ਗਿਆ ਕਿ ਭਾਈ ਤੂੰ ਹੋਰ ਕੀ ਚਾਹੁੰਦੀ ਹੈ, ਤਾਂ ਉਹ ਕਹਿੰਦੀ ਘੱਟੋ ਘੱਟ ਸਾਡੇ ਦੇਸ਼ ਦੇ ਵਿੱਚ ਜਾਤੀ ਸੂਚਕ ਸ਼ਬਦ ਜਾਂ ਜਾਤੀਵਾਦ ਖਤਮ ਹੋਣਾ ਚਾਹੀਦਾ ਜਦੋਂ ਅਸੀਂ ਭਾਰਤ ਲਈ ਖੇਡ ਰਹੇ ਹਾਂ। ਤੇ ਅੱਜ ਸਵੇਰੇ ਜਦੋਂ ਢਿੱਲੋਂ ਸਾਹਿਬ ਮੇਰੀ ਗੱਲ ਹੋਈ ਉੱਥੇ ਹਰਿਦੁਆਰ ਇੱਕ ਜਰਨਲਿਸਟ ਦੇ ਨਾਲ, ਬੜੇ ਉੱਘੇ ਜਰਨਲਿਸਟ ਨੇ, ਤਾਂ ਉਹਨਾਂ ਨੇ ਦੱਸਿਆ, ਕਹਿੰਦੇ ਜੀ ਜਿਹਨਾਂ ਬੰਦੇ ਨੂੰ ਅਰੈਸਟ ਕੀਤਾ ਉਹ ਕਹਿੰਦੇ ਸਾਡੀ ਛੱਤ ਤੇ ਚੱਲੇ ਸੀਗੇ ਪਟਾਕੇ, ਪਰ ਸਾਨੂੰ ਨਹੀਂ ਪਤਾ ਕਿਹਨੇ ਚਲਾਏ ਨੇ। ਦੱਸੋ, ਭਾਰਤ ਹਾਰ ਰਿਹਾ, ਤੁਹਾਡੀ ਛੱਤ ਤੇ ਪਟਾਕੇ ਚੱਲਦੇ ਆ, ਤੁਹਾਨੂੰ ਪਤਾ ਨਾ ਹੋਵੇ। ਕਿਹੋ ਜਿਹਾ ਬੇਹੁਦਾ ਬਿਆਨ ਹੈ ਇਹ, ਸ਼ਰਮਸਾਰ ਕਰਨ ਵਾਲਾ ਜੀ। ਉਹਦੇ ਭਰਾ ਨੇ ਸ਼ਿਕਾਇਤ ਕੀਤੀ ਹੈ ਪੁਲਿਸ ਨੂੰ। ਹੁਣ ਅੱਜ ਜਦੋਂ ਇਹ ਸਾਰਾ ਮੀਡੀਆ ਦੇ ਵਿੱਚ ਆ ਗਿਆ, ਹੁਣ ਉੱਥੋਂ ਦਾ ਜਿਹੜਾ DIG ਹੈ ਉਹ ਤੇ SSP ਉਹ ਅੱਗੇ ਆਏ ਨੇ। ਅੱਗੇ ਕੀ ਵਾਪਰਦਾ ਹੈਗਾ ਇਹ ਤੁਸੀਂ ਦੇਖੋ ਤਾਂ ਸਹੀ ਨਾ, ਵੀ ਸਾਡੀ ਮਾਨਸਿਕਤਾ ਖੜੀ ਕਿੱਥੇ ਆ। ਅਸੀਂ ਅਜੇ ਵੀ ਉਹੀ 17ਵੀਂ ਸਦੀ ਦੇ ਵਿੱਚ ਤੁਰੇ ਫਿਰਦੇ ਆ। ਇੱਕ ਪਾਸੇ ਦੁਨੀਆ ਜਿਹੜੀ ਹੈਗੀ ਹੈ ਉਹ ਮੰਗਲ ਗ੍ਰਹਿ ਤੱਕ ਜਾ ਪਹੁੰਚੀ ਹੈ, ਚੰਦ ਤੱਕ ਪਹਿਲਾਂ ਜਾ ਪਹੁੰਚੇ ਸੀ ਅਸੀਂ, ਉਹ ਕਿੱਥੋਂ ਤੱਕ ਪਹੁੰਚੇ ਨੇ। ਤੇ ਲੇਕਿਨ ਸਾਡੇ ਰਾਜਨੀਤਿਕ ਲੋਕਾਂ ਨੇ ਸਾਨੂੰ, ਜੇ ਰਵਿੰਦਰ ਜੀ, ਬਹੁ ਗਿਣਤੀ ਮੰਤਰੀ, ਬਹੁ ਗਿਣਤੀ ਲੋਕ ਸਭਾ ਦੇ ਮੈਂਬਰ, ਵਿਧਾਨ ਸਭਾਵਾਂ ਦੇ ਮੈਂਬਰ ਇਹ ਗਰੀਬ ਮਾਨਸਿਕਤਾ ਚੋਂ, ਜਿਹੜੀ ਮਾੜੀ ਮਾਨਸਿਕਤਾ ਹੈ, ਅਪਰਾਧਿਕ ਮਾਨਸਿਕਤਾ ਚੋਂ ਆਉਣਗੇ, ਤੇ ਫਿਰ ਇਹੋ ਜਿਹਾ ਕੁਛ ਹੀ ਹੋਵੇਗਾ। ਇਹ ਬਹੁਤ ਮੰਦਭਾਗਾ, ਨਹੀਂ ਹੋਣਾ ਚਾਹੀਦਾ ਸੀ। ਇੱਕ ਪਾਸੇ ਤੁਸੀਂ ਦੇਖੋ ਵੀ ਉਹ ਇਹਨਾਂ ਦੇ ਇਹ ਕਲੰਕ ਕਿਉਂ ਨਹੀਂ ਮੱਥੇ ਤੇ ਲੱਗਿਆ। ਜਦੋਂ ਇਹ ਖਿਡਾਰੀ ਆਪਣੀਆਂ ਮਿਹਨਤਾਂ ਦੇ ਨਾਲ ਗਏ ਆ, ਇਹਨਾਂ ਨੇ ਕੀ ਕੀਤਾ। ਜਿਹੜੀ ਮਰਦਾਂ ਦੀ ਹਾਕੀ ਟੀਮ ਹੈ ਉਹਦੇ ਵਿੱਚ 9 ਦੇ ਕਰੀਬ ਖਿਡਾਰੀ ਦਾ ਪੰਜਾਬ ਦੇ ਖੇਡਣ, ਬਹੁਤ ਗਿਣਤੀ ਪੰਜਾਬ ਦੀ ਹੋਵੇ, ਤੇ ਸਪਾਂਸਰ ਕਰ ਰਿਹਾ ਉੜੀਸਾ ਦਾ ਮੁੱਖ ਮੰਤਰੀ ਨਵੀਨ ਪਟਨਾਇਕ। ਤੇ ਅੱਜ ਜਿਹੜੇ ਕਹਿ ਰਹੇ ਨੇ ਸਾਡੇ ਜੀ ਪੰਜਾਬੀਆਂ ਨੇ ਮਾਣ ਵਧਾਤਾ, ਆਹ ਕਰਤਾ, ਆਹ ਕਰਤਾ, ਆਪਦੀਆਂ ਜਿਹੜੀਆਂ ਫੌਜਾਂ ਨੇ ਸਲਾਹਕਾਰਾਂ ਦੀਆਂ ਉਹ ਵਧਾਉਣ ਵਾਸਤੇ ਤਾਂ ਤੁਹਾਡੇ ਕੋਲ ਬਥੇਰੇ ਪੈਸੇ ਨੇ, ਤਨਖਾਹਾਂ ਵਧਾਉਣ ਵਾਸਤੇ ਪੈਸੇ ਨੇ, ਜਿਹੜਾ ਟੈਕਸ ਦੇਣਾ ਹੈ ਆਮਦਨ ਕਰ, ਉਹਦੇ ਵਾਸਤੇ ਤੁਹਾਡੇ ਖਜ਼ਾਨੇ 'ਚ ਵਾਧੂ ਪੈਸੇ ਨੇ। ਪਰ ਜਦੋਂ ਹਾਕੀ ਨੂੰ ਸਪਾਂਸਰ ਕਰਨਾ ਹੈ, ਕਿੱਥੇ ਚਲੀ ਗਏ ਸਾਡੇ ਬੰਦੇ। ਇੱਕ ਹੈ ਕਿ ਹਾਕੀ ਦੀ ਪਨੀਰੀ, ਜਿਹੜੀ ਕਿ ਪੰਜਾਬ ਦੀ ਗੇਮ ਹੈ, ਹਾਕੀ ਜਿਹਨੂੰ ਕਿ ਬਹੁਤ ਪਿਆਰ ਨਾਲ ਦੇਖਿਆ ਜਾਂਦਾ ਸੀਗਾ। ਮੈਨੂੰ ਲੱਗਦਾ ਹੈ ਕਿ ਇਸ ਵਾਰ ਜਿੱਦਾਂ ਕ੍ਰਿਕਟ ਦਾ ਰੁਤਬਾ ਥੋੜ੍ਹਾ ਜਿਹਾ ਕੋਵਿਡ ਦੇ ਦੌਰਾਨ ਕ੍ਰਿਕਟ ਦੇ ਮੈਚ ਘੱਟ ਹੋਏ ਨੇ, ਲੋਕਾਂ ਦਾ ਬੁਖਾਰ ਉਤਰਿਆ, ਤਾਂ ਜਿਹੜੇ ਆਹ ਹਾਕੀ ਦੇ ਮੈਚ ਲੋਕਾਂ ਨੇ ਓਲੰਪਿਕਸ ਦੇ ਵਿੱਚ ਦੇਖੇ ਨੇ, ਇੰਨੇ ਜ਼ਿਆਦਾ ਰੋਚਕ ਮੈਚ ਸੀਗੇ, ਉਹ ਇੰਨੇ ਫਸਵੇਂ ਮੈਚ ਸੀਗੇ ਕਿ ਲੋਕਾਂ ਦਾ ਇੰਟਰਸਟ ਦੁਬਾਰਾ ਹਾਕੀ 'ਚ ਬਣ ਗਿਆ। ਪਰ ਪੰਜਾਬ ਦੇ ਵਿੱਚ ਮੈਦਾਨ ਨਹੀਂ ਹੈਗੇ ਹਜੇ ਹਾਕੀ ਦੇ ਪਲੇਅਰ ਤਿਆਰ ਕਰਨ ਲਈ। ਇਹ ਸਾਡੇ ਲਈ ਸ਼ਰਮ ਦੀ ਗੱਲ ਹੈ। ਬਿਲਕੁਲ ਜੀ, ਜਿਹੜੇ ਅੰਤਰਰਾਸ਼ਟਰੀ ਪੱਧਰ ਤੇ ਮੈਦਾਨ ਤਾਂ ਛੱਡੋ, ਘਾਹ ਵਾਲੇ ਮੈਦਾਨ ਕਿਹੜਾ ਪੂਰੇ ਨੇ। ਤਾਂ ਬੰਦੇ ਬਿਆਨ ਦੇ ਰਹੇ ਨੇ ਚੈਨਲਾਂ ਦੇ ਬਹਿ ਕੇ, ਪਿਛਲੀ ਸਾਡੀ ਸਰਕਾਰ ਦੇ 10 ਸਾਲਾਂ ਵਿੱਚ ਜਿਹੜੇ ਸਟੇਡੀਅਮ ਅਸੀਂ ਬਣਾਏ, ਇਹ ਉਹਨਾਂ ਵਿੱਚੋਂ ਨਿਕਲੇ ਨੇ। ਉਹ ਭੜੂਓ ਕੁਦੇ ਮਾੜਾ ਮੋਟਾ ਵੇਖ ਲਿਆ ਕਰੋ ਵੀ ਬੋਲਦੇ ਹੋ ਕੀ ਹੈ। ਇਹਦੇ ਵਿੱਚ ਸਭ ਤੋਂ ਵੱਧ ਖਿਡਾਰੀ ਤਾਂ ਸੁਰਜੀਤ ਅਕੈਡਮੀ ਦੇ ਨੇ, ਜਲੰਧਰ ਦੇ, ਮਿੱਠਾਪੁਰ, ਸੰਸਾਰਪੁਰ, ਬਤਾਲਾ, ਫਰੀਦਕੋਟ ਤੇ ਤਿਮੋਵਾਲ। ਤਿਮੋਵਾਲ, ਸੰਸਾਰਪੁਰ ਤੇ ਮਿੱਠਾਪੁਰ, ਇਹ 10 ਕਿਲੋਮੀਟਰ ਦੇ ਸਰਾਊਂਡਿੰਗ ਨੇ, ਨੇੜੇ ਨੇੜੇ। ਬਹੁਤ ਗਿਣਤੀ ਤਾਂ ਉਹ ਲੋਕ ਨੇ, ਸਾਰੇ ਆਮ ਘਰਾਂ ਦੇ ਬੱਚੇ ਨੇ, ਇੱਕ ਨੂੰ ਛੱਡ ਕੇ। ਇੱਕ ਢਿੱਲੋਂ ਸਾਹਿਬ ਹੋਰ ਗੱਲ ਬਣਦੀ ਹੈ, ਪੰਜਾਬ ਦੇ ਵਿੱਚ ਸਾਰਿਆਂ ਨੇ ਦੇਖੀ ਹੈ ਲਵਲੀ ਯੂਨੀਵਰਸਿਟੀ, ਉਹਦਾ ਚੰਗਾ ਨਾਮ ਵੀ ਹੈ। ਔਰ ਮੈਨੂੰ ਹਾਲਾਂਕਿ ਪ੍ਰਾਈਵੇਟ ਯੂਨੀਵਰਸਿਟੀ ਹੈ ਉਹ, ਪਰ ਮੈਨੂੰ ਖੁਸ਼ੀ ਤਾਂ ਹੁੰਦੀ ਆ ਕਿ ਉੱਥੇ ਜੋ ਖੇਡ ਦੀ ਸੁਵਿਧਾ ਦਿੱਤੀ ਗਈ ਹੈ ਇਸ ਵੇਲੇ ਲਵਲੀ ਯੂਨੀਵਰਸਿਟੀ ਦੇ ਵਿੱਚ, ਜਿੱਥੇ ਇਹ ਪਨੀਰੀ ਤਿਆਰ ਹੋ ਰਹੀ ਹੈ, ਚਾਹੇ ਹਾਕੀ ਦੀ ਹੈ, ਚਾਹੇ ਕਿਸੇ ਹੋਰ ਗੇਮ ਦੀ ਹੈ, ਤਾਂ 7 ਖਿਡਾਰੀ ਲਵਲੀ ਯੂਨੀਵਰਸਿਟੀ ਦੇ ਉੱਥੇ ਗਏ ਨੇ। ਕਿੱਡੀ ਵੱਡੀ ਗੱਲ ਹੈ। ਓਲੰਪਿਕਸ ਦੇ ਵਿੱਚ 7 ਖਿਡਾਰੀ ਹਾਕੀ ਦੀ ਟੀਮ ਦੇ ਵਿੱਚ ਲਵਲੀ ਯੂਨੀਵਰਸਿਟੀ ਦੇ ਨੇ। ਕਿਉਂਕਿ ਉੱਥੇ ਜੀ 40 ਦੇ ਕਰੀਬ ਕੋਚ ਨੇ, ਵੱਡੇ ਵੱਡੇ ਗਰਾਊਂਡ ਨੇ ਇੰਡੋਰ ਗੇਮਸ ਦਾ,
ਬਹੁਤ ਵੱਡਾ ਪ੍ਰਾਵਧਾਨ ਰੱਖਿਆ ਹੋਇਆ। ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਆਪਣੇ ਪਲੇਅਰਸ ਨੂੰ ਉਹ ਲਾਈਮਲਾਈਟ ਦੇ ਵਿੱਚ ਰੱਖਣ, ਮੀਡੀਆ ਦੇ ਵਿੱਚ ਵੀ ਚਮਕਾਉਣ, ਤੇ ਉਹਨਾਂ ਨੂੰ ਰੱਜਵੀਂ ਡਾਈਟ ਤੇ ਰੱਜਵਾਂ ਕੋਰਸ ਕਰਾਉਂਦੇ ਨੇ। ਦੇਖੋ, ਜੇ ਤੁਸੀਂ ਲਵਲੀ ਯੂਨੀਵਰਸਿਟੀ ਦੇ ਅੰਦਰ ਜਾਂਦੇ ਹੋ, ਤੁਹਾਨੂੰ ਲੱਗਦਾ ਹੀ ਨਹੀਂ ਹੈਗਾ ਕਿ ਤੁਸੀਂ ਹਿੰਦੁਸਤਾਨ ਦੀ ਧਰਤੀ ਤੇ ਤੁਰੇ ਫਿਰਦੇ ਹੋ। ਜੋ ਵਿਦੇਸ਼ਾਂ ਦੇ ਵਿੱਚ ਨਜ਼ਾਰਾ ਹੈਗਾ ਉਸ ਤਰ੍ਹਾਂ ਦਾ। ਉਹਨਾਂ ਦਾ ਐਡੀਟੋਰੀਅਮ ਦੇਖੋ ਕਿੱਡਾ ਸਟੈਂਡਰਡ ਦਾ ਹੈਗਾ। ਉਹਨਾਂ ਦੇ ਹੋਰ ਕਾਫੀ ਕੁਝ ਉਹਨਾਂ ਨੇ ਇਹਦੇ ਤੇ, ਇੱਕ ਮਠਾਈ ਵੇਚਦੇ ਲਵਲੀ ਹੁੰਦੀ ਸੀ ਉਹਨਾਂ ਦੀ ਦੁਕਾਨ, ਲਵਲੀ ਮਿਸ਼ਟਾਨ ਹੁਣ ਵੀ ਹੈ ਜੀ, ਹੁਣ ਵੀ ਹੈਗੀ ਆ। ਉਹਨਾਂ ਨੇ ਉਸ ਤੋਂ ਪਾਸੇ ਨਹੀਂ ਹੋਏ, ਪਰ ਉੱਥੋਂ ਉੱਠ ਕੇ ਅੰਤਰਰਾਸ਼ਟਰੀ ਪੱਧਰ ਦੀ ਸੰਸਥਾ ਤਿਆਰ ਕਰ ਲੈਣੀ, ਉਸ ਪੱਧਰ ਦੀ, ਜਾਂ ਆਪਣੀ ਥਾਪਰ ਯੂਨੀਵਰਸਿਟੀ, ਇਹਨਾਂ ਦੇ ਪੱਧਰ ਦੀ ਕੋਈ ਇਹਨਾਂ ਦੀ ਹੈ। ਆ ਸਾਡੀਆਂ ਯੂਨੀਵਰਸਿਟੀਆਂ ਤਾਂ ਨੰਗ ਭੁੱਖ ਨਾਲ ਲੜ ਰਹੀਆਂ ਨੇ ਜੀ। ਪੁਰਾਣੇ ਕੋਰਸ NIS ਦੇ ਵਿੱਚੋਂ ਬੰਗਲੌਰ ਜਾਂ ਹੋਰ ਥਾਂ ਤੇ ਜਾ ਰਹੇ ਨੇ। ਇਹਨਾਂ ਨੇ ਨਵੀਆਂ ਯੂਨੀਵਰਸਿਟੀਆਂ ਬਣਾਉਣੀਆਂ ਸ਼ੁਰੂ ਕਰਤੀਆਂ। ਕਦੇ ਖੇਡ ਯੂਨੀਵਰਸਿਟੀ ਬਣਾ ਲਓ, ਕਦੇ ਕੋਈ ਯੂਨੀਵਰਸਿਟੀ ਬਣਾ ਲਓ, ਕਦੇ ਕੋਈ ਬਣਾ ਲਓ। ਇਹਨਾਂ ਦਾ ਅੱਗਾ ਦੌੜ ਪਿੱਛਾ ਚੌੜ ਹੈ, ਕਿਉਂਕਿ ਇਹ ਆਪਣੇ ਕਿੱਤੇ ਨੂੰ, ਆਪਣੇ ਸੂਬੇ ਪ੍ਰਤੀ ਸਮਰਪਿਤ ਹੀ ਹੈ ਨਹੀਂ। ਲਗਾਤਾਰ ਇਹਨਾਂ ਦੇ ਉੱਤੇ ਸਵਾਲ ਉੱਠ ਰਹੇ ਨੇ। ਦੇਖੋ, ਪ੍ਰਗਟ ਸਿੰਘ ਦੀ ਇੰਟਰਵਿਊ ਸੁਣੋ ਤੁਸੀਂ, 4-5 ਦਿਨ ਪੁਰਾਣੀ, 3 ਦਿਨ ਪੁਰਾਣੀ, ਜਿੱਦੇ ਆਪਾਂ ਜਿੱਤੇ ਹਾਂ। ਉਹ ਕਹਿੰਦੇ ਵੀ ਦੂਜੇ ਮੁਲਕਾਂ ਦੇ ਵਿੱਚ, ਆਸਟ੍ਰੇਲੀਆ, ਜਰਮਨ, ਬੈਲਜੀਅਮ, ਜਿਨ੍ਹਾਂ ਨੇ 28 ਤੇ 32 ਚ ਲੜਨਾ, ਉਹ ਅੱਜ ਤਿਆਰ ਕਰਨੇ ਸ਼ੁਰੂ ਕਰਤੇ। ਤੇ ਸਾਡੇ ਕੰਮ ਹੁੰਦਾ ਵੀ ਵਿਹੜੇ ਬੈਠੀ ਜੰਝ, ਬਿਨੋ ਕੁੜੀ ਦੇ ਕੰਨ। ਇਹੀ ਨਹੀਂ ਪਤਾ ਹੁੰਦਾ ਵੀ ਮੰਤਰੀ ਦਾ ਚਹੇਤਾ ਕਿਹੜਾ ਜਾ ਰਿਹਾ ਹੈ, ਸੈਕਟਰੀ ਦਾ ਚਹੇਤਾ ਕਿਹੜਾ ਜਾ ਰਿਹਾ ਹੈ। ਜਦੋਂ ਅਸੀਂ ਅਸਲੀ ਖਿਡਾਰੀ ਨੂੰ ਅੱਗੇ ਲੈ ਕੇ ਨਹੀਂ ਜਾਵਾਂਗੇ, ਥੱਲੜੇ ਪੱਧਰ ਤੇ ਮੇਰਾ ਬਹੁਤ ਵੱਡਾ ਤਜਰਬਾ ਹੈਗਾ। ਮੇਰੇ ਪਿੰਡ ਦੀਆਂ 5 ਲੜਕੀਆਂ ਨੈਸ਼ਨਲ ਖੇਡੀਆਂ। ਜਦੋਂ ਅਸੀਂ ਸਟੇਟ ਖੇਡਣ ਵਾਸਤੇ ਗਏ ਤਾਂ DO ਕਹਿੰਦਾ ਮੇਰਾ ਬੱਚਾ ਪਾ ਲਓ, ਦੂਜਾ ਕਹਿੰਦਾ ਮੇਰਾ ਬੱਚਾ ਪਾ ਲਓ। ਉਦੋਂ 10 ਕੋਲੇ ਕਮਾਂਡ ਸੀ, ਅਸੀਂ ਇੱਕ ਵੀ ਬੱਚਾ ਨਹੀਂ ਪੈਣ ਦਿੱਤਾ, ਤੇ 5 ਕੁੜੀਆਂ ਸਾਡੀਆਂ ਨੈਸ਼ਨਲ ਪੱਧਰ ਦੇ ਉੱਤੇ 3ਜਾ ਸਥਾਨ ਪ੍ਰਾਪਤ ਕਰਕੇ ਆਈਆਂ। ਜਿੱਥੇ ਸਰਕਾਰੀ ਯੂਨੀਵਰਸਿਟੀਆਂ ਦਾ ਇਹ ਹਾਲ ਹੋ ਰਿਹਾ ਕਿ ਕਰਜ਼ੇ ਹੇਠਾਂ ਦਬ ਰਹੀਆਂ ਨੇ, ਤਨਖਾਹਾਂ ਨਹੀਂ ਦੇ ਸਕ ਰਹੀਆਂ, ਤਾਂ ਇੱਕ ਨਿੱਜੀ ਯੂਨੀਵਰਸਿਟੀ ਪਲੇਅਰ ਤਿਆਰ ਕਰੇ, ਓਲੰਪਿਕਸ ਦੇ ਵਿੱਚ ਭੇਜੇ ਔਰ ਭਾਰਤ ਦਾ ਨਾਮ, ਪੂਰੇ ਦੇਸ਼ ਦਾ ਨਾਮ ਚਮਕਾਵੇ। ਇਹ ਬੜੀ ਕਮਾਲ ਦੀ ਗੱਲ ਹੈ ਜੀ। ਇਹਦੇ ਨਾਲ ਹੀ ਢਿੱਲੋਂ ਸਾਹਿਬ, ਹੁਣ ਆਪਾਂ ਥੋੜੀ ਜੀ ਰਾਜਨੀਤੀ ਨੂੰ ਵੀ ਤੋੜ ਮਰੋੜ ਕੇ ਦੇਖ ਲਈਏ। ਜੋ ਹਾਲਾਤ ਨੇ ਪੰਜਾਬ ਦੇ ਵਿੱਚ, ਇੱਕ ਅਕਾਲੀ ਲੀਡਰ ਦਾ, ਯਾਨੀ ਕਿ ਜਿਹੜੇ SOI ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ ਦੇ ਸਾਬਕਾ ਪ੍ਰਧਾਨ ਸੀ, ਉਹਨਾਂ ਦਾ ਦਿਨ ਦਿਹਾੜੇ ਕਤਲ ਕੀਤਾ ਜਾਂਦਾ ਹੈ। ਹਾਂਜੀ, ਵਿੱਕੀ ਬਿੱਟੂ ਖੇੜਾ ਜੀ। ਇਹ ਮੋਹਾਲੀ ਦੇ ਵਿੱਚ ਕਤਲ ਹੁੰਦਾ ਜੀ। 4 ਬੰਦੇ I-20 ਕਾਰ ਦੇ ਵਿੱਚ ਆਉਂਦੇ ਨੇ। ਉਹ ਆਪਣੀ ਕਾਰ 'ਚ ਬੈਠਣ ਲੱਗਦਾ, ਜੇ ਉਹ ਬਹਿ ਜਾਂਦਾ ਸ਼ਾਇਦ ਉਹਦਾ ਨੁਕਸਾਨ ਨਾ ਹੁੰਦਾ, ਲੇਕਿਨ ਉਹ ਬਾਹਰ ਨੂੰ ਭੱਜ ਲਿਆ। ਇਹ ਦਿਨ ਦਿਹਾੜੇ ਹੋਣਾ, ਤੇ ਜਿਹੜੇ ਮੁੱਖ ਮੰਤਰੀ ਸਾਹਿਬ ਨਾਲ ਬੈਠੇ ਨੇ, ਲਾਅ ਐਂਡ ਆਰਡਰ, ਅਮਨ ਕਾਨੂੰਨ ਦੀ ਸਥਿਤੀ ਉਹਨਾਂ ਕੋਲ ਹੈ। ਇਹ ਅਮਨ ਕਾਨੂੰਨ ਦਾ ਬਹੁਤ ਵੱਡਾ ਜਨਾਜ਼ਾ ਕੱਢਿਆ ਜਾ ਰਿਹਾ ਹੈ। ਜਦੋਂ ਵੀ ਪੰਜਾਬ ਦੇ ਵਿੱਚ ਰਾਜਨੀਤੀ ਦੀ ਫਿਜ਼ਾ ਬਦਲੀ ਹੈ, ਉਦੋਂ ਪੰਜਾਬ ਨੂੰ ਨਾ ਅਜਮਾਇਸ਼ੀ ਤੌਰ ਦੇ ਉੱਤੇ ਲੈ ਆਉਂਦਾ ਜਾਂਦਾ ਹੈਗਾ। ਅੱਜ ਵੀ ਜਿਹੜੇ ਹਾਲਾਤ ਪੰਜਾਬ ਦੇ ਪੈਦਾ ਕੀਤੇ ਜਾ ਰਹੇ ਨੇ, ਇਹ ਸਾਨੂੰ ਪਿਛਲੇ ਜਿਹੜੇ 2 ਦਹਾਕੇ ਇੱਥੇ ਖਾੜਕੂਬਾਦ ਰਿਹਾ, ਉਹਦੇ ਤੋਂ ਅਸੀਂ ਸਬਕ ਕੋਈ ਨਹੀਂ ਸਿੱਖਿਆ। ਜਿਹੜੇ ਕਹਿੰਦੇ ਸੀ ਕਿ ਅਸੀਂ ਇੱਕ ਕਮਿਸ਼ਨ ਬਣਾਵਾਂਗੇ, ਜਦੋਂ ਸਰਕਾਰਾਂ ਆ ਗਈਆਂ, 15 ਸਾਲ ਰਾਜ ਕੀਤਾ ਉਹਨਾਂ ਨੇ, ਤੇ ਉਦੋਂ ਕਹਿਣਾ ਉਹ ਕਾਕਾ ਕਿਉਂ ਤੁਸੀਂ ਬਾਰ-ਬਾਰ ਇਹ ਗੱਲਾਂ ਕਰਦੇ ਹੋ। ਇਹ ਮਿੱਡੂ ਖੇੜਾ, ਮੇਰੇ ਖਿਆਲ ਤੇਜਿੰਦਰ ਮਿੱਡੂ ਖੇੜਾ ਹੋਰੀ ਬਾਦਲ ਸਾਹਿਬ ਦੇ ਬਹੁਤ ਨੇੜਲਿਆਂ ਦੇ ਵਿੱਚੋਂ ਹੈ। ਉਹਨਾਂ ਦੇ ਪਿੰਡ ਦਾ ਇਹ ਨੌਜਵਾਨ ਆ। ਹੋ ਸਕਦਾ ਉਹਨਾਂ ਨਾਲ ਲੱਗਦਾ ਇਹ ਹੈ ਸਾਰੀ ਘਟਨਾਕ੍ਰਮ ਦੇ ਉੱਤੋਂ ਕਿ ਇਹ ਕੋਈ ਆਪਸੀ ਰੰਜਿਸ਼ ਦਾ ਮਾਮਲਾ। ਇਹ SOI ਦਾ ਸਾਬਕਾ ਪ੍ਰਧਾਨ ਹੁੰਦਾ ਸੀ ਵਿੱਕੀ ਮਿੱਡੂ ਖੇੜਾ। ਦਿਨ ਦਿਹਾੜੇ ਜਿਹੜਾ ਵਾਪਰਨਾ ਮੋਹਾਲੀ ਦੇ, ਜਿਹੜੇ ਕੱਲੀ ਮੋਹਾਲੀ ਕੀ ਜੀ, ਸਾਰੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦਾ ਮਾਹੌਲ ਸਿਰਜਿਆ ਹੋਇਆ, ਰਵਿੰਦਰ ਜੀ, ਮੈਨੂੰ ਕਹਿਣ 'ਚ ਕੋਈ ਗਰੇਜ ਨਹੀਂ ਹੈ। ਜਦੋਂ ਤੋਂ ਅਕਾਲੀ ਸਰਕਾਰ ਨੇ ਇਹ ਹਲਕਿਆਂ ਮੁਤਾਬਕ DSP ਤੇ ਥਾਣੇ ਬਣਾਤੇ, ਉਦੋਂ ਤੋਂ ਬਾਅਦ ਇਹ ਬੇੜਾ ਗਰਕ ਹੋਣਾ ਸ਼ੁਰੂ ਹੋਇਆ। ਪਹਿਲਾਂ DSP ਕੋਲੇ ਘੱਟੋ ਘੱਟ 3 ਵਿਧਾਇਕਾਂ ਦਾ ਖੇਤਰ ਲੱਗਦਾ ਹੁੰਦਾ ਸੀ। ਜੇ ਇੱਕ ਬੰਦਾ ਕੋਈ ਦਬਾਅ ਪਾਉਂਦਾ ਸੀ, ਉਹ ਦੂਜੇ ਤੋਂ ਡਰਦਾ ਸੀ ਕਿ ਯਾਰ ਉਹਦਾ ਏਰੀਆ ਵੀ ਵਿੱਚ ਪੈਂਦਾ ਹੈਗਾ, ਕੱਲ੍ਹ ਨੂੰ ਉਹ ਇਸ ਗੱਲ ਤੇ ਕਰੇਗਾ। ਜਦੋਂ ਤੋਂ ਇਹ ਕੀਤਾ ਇਹਨਾਂ ਨੇ, ਉਦੋਂ ਬਾਅਦ ਅਮਨ ਕਾਨੂੰਨ ਲਗਾਤਾਰ ਗਰਕਦਾ ਜਾ ਰਿਹਾ। ਜੇ ਤੜਕੇ ਉੱਠ ਕੇ DSP ਥਾਣੇਦਾਰਾਂ ਨੇ ਪਹਿਲਾਂ ਸਲੂਟ MLA ਨੂੰ ਮਾਰਨਾ, SSP ਨੂੰ ਬਾਅਦ 'ਚ ਮਾਰਨਾ ਹੈ, ਉਹਨਾਂ ਦੀ ਯੋਗਤਾ ਦੇ ਆਧਾਰ ਤੇ ਉਹਨਾਂ ਦੀ ਨਿਯੁਕਤੀ ਨਹੀਂ ਹੁੰਦੀ, ਚਾਪਲੂਸੀ ਦੇ ਆਧਾਰ ਤੇ ਨਿਯੁਕਤੀ ਹੁੰਦੀ ਹੈ। ਕੋਈ ਸਮਾਂ ਹੁੰਦਾ ਸੀ ਜਦੋਂ ਕਿਸੇ SHO ਨੂੰ ਕਿਸੇ ਥਾਣੇ 'ਚ ਲਾਇਆ ਜਾਂਦਾ ਸੀ, ਉਹਨੂੰ ਦੱਸਿਆ ਜਾਂਦਾ ਸੀ ਵੀ 3 ਮਹੀਨੇ ਸਾਲ ਤੋਂ ਇੱਥੇ ਰਹਿਣੇ। ਹੁਣ ਸਵੇਰੇ ਲਾਉਂਦੇ ਆ, ਸ਼ਾਮ ਨੂੰ ਬਦਲ ਦਿੰਦੇ ਆ, ਕਿਉਂਕਿ ਹਲਕਾ ਇੰਚਾਰਜ ਸਾਹਿਬ ਨੂੰ ਫਿੱਟ ਨਹੀਂ। ਇਹ ਚੀਜ਼ ਨੇ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਨੂੰ ਵਿਗਾੜਿਆ। ਕਈ ਉਹ ਅਧਿਕਾਰੀ ਇੱਥੇ ਲੱਗੇ ਫਿਰਦੇ ਨੇ ਜਿਨ੍ਹਾਂ ਦੇ ਮੋਢਿਆਂ ਤੇ ਨਵਾਂ ਤਾਰਾ ਲਾਉਣ ਦਾ ਥਾਂ ਹੀ ਨਹੀਂ।
ਲੇਕਿਨ ਕਾਰਗੁਜ਼ਾਰੀ ਜ਼ੀਰੋ ਹੈ। ਜਿਨ੍ਹਾਂ ਦੀ ਕਾਰਗੁਜ਼ਾਰੀ ਬਹੁਤ ਵਧੀਆ, ਜਿਨ੍ਹਾਂ ਨੇ ਬਹੁਤ ਚੰਗੇ ਚੰਗੇ ਕੰਮ ਕੀਤੇ ਨੇ, ਉਹ ਖੂੰਜੇ ਲੈਣ ਵਿੱਚ ਲਾਏ ਹੋਏ ਨੇ, ਕਿਉਂਕਿ ਉਹ ਚਾਪਲੂਸੀ ਮੌਜੂਦਾ ਅਹਿਲਕਾਰਾਂ ਦੀ ਨਹੀਂ ਕਰਦੇ। ਇਸੇ ਕਰਕੇ ਇਹ ਜਿਹੜੀ ਅਮਨ ਕਾਨੂੰਨ ਦੀ ਸਥਿਤੀ ਹੈ, ਲਗਾਤਾਰ ਕੰਪੈਰੀਜ਼ਨ ਕਰ ਦੇਣਗੇ ਅਮਰੀਕਾ ਨਾਲ ਕਿ ਮੁਕਾਬਲਾ ਦੇਖੋ ਜੀ, ਉੱਥੇ ਵੀ ਆਹ ਕੁਛ ਹੋ ਰਿਹਾ, ਕੈਨੇਡਾ 'ਚ ਵੀ ਆਹ ਕੁਛ ਹੋ ਰਿਹਾ, ਵੀ ਕੈਨੇਡਾ ਅਮਰੀਕਾ ਦੇ ਵਿੱਚ ਵੀ ਜਾ ਕੇ ਜਿਹੜਾ ਗੰਦ ਪਾਇਆ ਤੁਸੀਂ ਪਾਇਆ। ਲੋਕਾਂ ਨੇ, ਮੈਨੂੰ ਯਾਦ ਹੈ ਇੱਕ ਵਾਰੀ ਅਸੀਂ ਪਲਾਸਟਿਕ ਦੇ ਮਾਮਲੇ 'ਚ ਕਿਹਾ, ਬੜੋ ਖੜ ਕੇ ਵੀ ਕਾਫੀ ਪਿਆ। ਦੁਕਾਨਦਾਰ ਮੈਨੂੰ ਆ ਕੇ ਕਹਿੰਦਾ, ਜਾਣਦਾ ਸੀ, ਕਹਿੰਦਾ ਸਰਦਾਰ ਜੀ ਮਾਫ ਕਰਨਾ, ਸਾਡੇ ਤਾਂ ਇੱਥੇ ਪਲਾਸਟਿਕ ਦਾ ਕੋਈ ਨਾਂ ਵਿਕਦਾ ਹੀ ਨਹੀਂ, ਇਹ ਗੰਦ ਪਾਉਣ ਵਾਲੇ ਵੀ ਤੁਸੀਂ ਹੋ, ਤੁਹਾਡੇ ਪੰਜਾਬੀ ਆ ਕੇ ਪਾਉਂਦੇ ਨੇ। ਸੋ ਸਾਡੇ ਮੱਥੇ ਤੇ ਕਲੰਕ ਜਿਹੜੇ ਇਹ ਲੱਗ ਰਹੇ ਨੇ ਮੁੱਖ ਮੰਤਰੀ ਸਾਹਿਬ ਨੂੰ। ਉਹਨਾਂ ਦਾ ਜਿਹੜਾ ਡੀਜੀਪੀ ਹੈ ਉਹ ਇਕੱਲਾ ਚੰਡੀਗੜ੍ਹ 'ਚ ਬਹਿ ਕੇ ਨਾ ਦੇਖੇ, ਤੇ ਥੱਲੜੇ ਪੱਧਰ ਦੇ ਉੱਤੇ ਕੋਈ ਮੀਟਿੰਗ ਕੀਤੀ ਹੈ ਅੱਜ ਤੱਕ? ਸਰ ਨਵਾਂ ਕੰਮ ਆ ਗਿਆ, ਵੀਸੀ ਚੱਲ ਰਹੀ ਹੈ ਜੀ। ਵੀਸੀ ਦੇ ਜਦੋਂ ਤੱਕ ਜ਼ਮੀਨੀ ਹਕੀਕਤਾਂ ਤੇ ਜਾ ਕੇ ਨਹੀਂ ਦੇਖੋਗੇ, ਇਹ ਇਸੇ ਤਰ੍ਹਾਂ ਸਰ ਚੱਕਦੇ ਰਹਿਣਗੇ। ਆਪਣੇ ਜ਼ਿਲ੍ਹੇ ਸ਼ਹਿਰ ਦੇ ਵਿੱਚ ਹਰ ਰੋਜ਼ ਘੱਟੋ ਘੱਟ 10 ਫੋਨ ਖੋਏ ਜਾਂਦੇ ਨੇ। ਢਿੱਲੋਂ ਸਾਹਿਬ, ਸਭ ਤੋਂ ਵੱਡੀ ਗੱਲ ਇਹ ਹੈ ਕਿ ਕਤਲ ਹੋ ਗਿਆ, ਮੰਨਿਆ ਜੀ, ਕ੍ਰਾਈਮ ਵੱਧ ਗਿਆ, ਪਰ ਜਦੋਂ ਪੰਜਾਬ 'ਚ ਹਥਿਆਰ ਆਂਦਾ ਆ, ਉਸ ਵੇਲੇ ਪੁਲਿਸ, ਇੰਟੈਲੀਜੈਂਸ ਏਜੰਸੀਆਂ ਕਿੱਥੇ ਹੁੰਦੀਆਂ? ਹੁਣ ਤਾਂ ਜੱਜਾਂ ਨੇ ਵੀ ਇਹ ਟਿੱਪਣੀ ਕਰਨੀ ਸ਼ੁਰੂ ਕਰਤੀ ਹੈ ਕਿ ਇੰਟੈਲੀਜੈਂਸ ਏਜੰਸੀਆਂ ਕੰਮ ਨਹੀਂ ਕਰ ਰਹੀਆਂ। ਨਹੀਂ ਜੀ, ਉਹਨਾਂ ਨੇ ਤਾਂ ਸੀਬੀਆਈ ਨੂੰ ਵੀ ਘੜੀਸ ਲਿਆ। ਜਿਹੜੇ ਸਾਡੇ ਮੁੱਖ ਜੱਜ ਨੇ ਸਰਵਉੱਚ ਅਦਾਲਤ ਸੁਪਰੀਮ ਕੋਰਟ ਦੇ ਮਿਸਟਰ ਐਨਵੀ ਰਮੰਨਾ, ਉਹਨਾਂ ਨੇ ਜਿਹੜਾ ਉਹ ਝਾਰਖੰਡ ਦੇ ਵਿੱਚ ਜੱਜ ਸਾਹਿਬ ਦਾ ਕਤਲ ਹੋਇਆ ਨਾ, ਉਹਨੂੰ ਬਹੁਤ ਆੜੇ ਹੱਥੀ ਲਿਆ ਜੀ। ਉਹਨਾਂ ਨੇ ਕਿਹਾ ਕੇਂਦਰ ਸਰਕਾਰ ਨੂੰ ਚਿੱਠੀ ਲਿਖ ਕੇ, ਉਹਨਾਂ ਦੇ ਜਿਹੜੇ ਉਹ ਜਾਂਦੇ ਨੇ ਆਪਣਾ ਵੱਡੇ KC ਵੇਣੂਗੋਪਾਲ ਜੀ, ਉਹਨਾਂ ਨੂੰ ਬੁਲਾ ਕੇ ਕਿਹਾ ਹੈਗਾ ਕਿ ਕਦੋਂ ਕੁ ਤੱਕ ਤੁਸੀਂ ਆ ਸਾਰਾ ਕੁਝ ਅੱਖਾਂ ਬੰਦ ਕਰਕੇ ਦੇਖੋਗੇ? ਜੱਜ ਨੂੰ ਜਿਹੜੀਆਂ ਇਤਰਾਜ਼ਯੋਗ ਟਿੱਪਣੀਆਂ ਆ ਰਹੀਆਂ ਨੇ, ਮੰਦ ਭਾਸ਼ਾ 'ਚ ਆ ਰਹੀਆਂ ਨੇ, ਉਹ ਬਾਰੇ ਦੱਸੋ ਕੁਝ ਸਾਨੂੰ। ਇਹ ਵੀ ਕਿਹਾ ਕਿ ਤੁਸੀਂ ਡਰਾਉਣਾ ਚਾਹੁੰਦੇ ਹੋ, ਤੁਹਾਡਾ ਖੁਫੀਆ ਤੰਤਰ ਫੇਲ ਹੋ ਚੁੱਕਿਆ ਹੈ, ਸੀਬੀਆਈ ਦੇ ਪੱਲੇ ਕੱਖ ਨਹੀਂ ਰਿਹਾ ਹੈਗਾ। ਜਦੋਂ ਇਸ ਤਰ੍ਹਾਂ ਦਾ, ਫਿਰ ਉਹਨਾਂ ਨੇ ਕਿਹਾ ਕਿ ਸਮੁੱਚੇ ਰਾਜਾਂ ਤੋਂ ਰਿਪੋਰਟ ਮੰਗੀ ਹੈ 17 ਅਗਸਤ ਤੱਕ, ਕਿ ਆ ਕੇ ਆਪਣੀਆਂ ਰਿਪੋਰਟਾਂ ਦਿਓ ਕਿ ਜਿਹੜੇ ਨਿਆਇਕ ਅਧਿਕਾਰੀ ਨੇ ਉਹਨਾਂ ਦੀ ਸੁਰੱਖਿਆ ਲਈ ਕੀਤਾ ਕੀ ਜਾ ਰਿਹਾ ਹੈਗਾ। ਜੇ ਸਰਵਉੱਚ ਅਦਾਲਤ ਦਾ ਮੁੱਖ ਜੱਜ ਇਸ ਤਰ੍ਹਾਂ ਦੀ ਟਿੱਪਣੀ ਕਰੇ ਤੇ ਜਿਹੜੇ ਦੇਸ਼ ਨੂੰ ਚਲਾਉਣ ਵਾਲੇ ਉਹਨਾਂ ਦੇ ਨਜ਼ਦੀਕ ਹੀ ਬੈਠੇ ਨੇ, ਉਹਨਾਂ ਦੇ ਕੋਈ ਮਾੜਾ ਮੋਟਾ ਸ਼ਰਮ ਦਾ ਹੈ ਜਾਂ ਉਹਨਾਂ ਨੇ ਹੰਕਾਰ ਦਾ ਠੀਕਰਾ ਅੱਖਾਂ ਤੇ ਪੱਟੀ ਬੰਨ੍ਹ ਕੇ ਇਸੇ ਤਰ੍ਹਾਂ ਕੰਮ ਕਰਦਾ ਰਹਿਣਾ? ਵਿਰੋਧੀ ਧਿਰਾਂ ਦੀ ਗੱਲ ਸੁਣੀ ਨਹੀਂ ਜਾ ਰਹੀ, ਰੌਲੇ ਰੱਪੇ ਦੇ ਵਿੱਚ ਪਾਸ ਕੀਤੇ ਜਾ ਰਿਹਾ। ਜਦੋਂ ਸਰਵਉੱਚ ਅਦਾਲਤ ਵੀ ਇਸ ਤਰ੍ਹਾਂ ਦੀਆਂ ਟਿੱਪਣੀਆਂ ਕਰਨ ਲੱਗ ਜਾਵੇ ਤਾਂ ਫਿਰ ਦੇਸ਼ ਨੂੰ ਚਲਾਉਣ ਵਾਲਿਆਂ ਨੂੰ ਕੁਝ ਸੋਚਣਾ ਚਾਹੀਦਾ ਹੈ। ਕੁਝ ਮਾੜਾ ਮੋਟਾ ਸਾਡੀਆਂ ਗੱਲਾਂ ਤਾਂ ਨਹੀਂ ਸੁਣਦੇ, ਕਿਸਾਨਾਂ ਦੀ ਨਹੀਂ ਸੁਣਦੇ, ਤੁਹਾਡੀ ਸੁਪਰੀਮ ਕੋਰਟ ਦੀ ਜਿਹੜੀ ਟਿੱਪਣੀ ਹੈ ਕਿ ਤੁਸੀਂ ਜਿਹੜੇ ਜੱਜ ਵੀ ਸੁਰੱਖਿਅਤ ਇੱਥੇ ਨਹੀਂ ਹੈਗੇ, ਤੇ ਸੁਰੱਖਿਆ ਹੋਊਗੀ ਦੀ ਜੀ। ਤੇ ਢਿੱਲੋਂ ਸਾਹਿਬ, ਇਹਦੇ ਨਾਲ ਹੀ ਤੁਸੀਂ ਸੰਸਦਾਂ ਦੀ ਗੱਲ ਕੀਤੀ ਹੈ, ਤਾਂ ਵਿਰੋਧੀ ਧਿਰ ਦੇ ਸਾਂਸਦ ਰਾਹੁਲ ਗਾਂਧੀ ਹੁਣੀ ਵੀ ਇਸ ਹਫ਼ਤੇ ਕਿਸਾਨ ਸੰਸਦ 'ਚ ਹਿੱਸਾ ਲੈ ਕੇ ਆਏ ਨੇ, ਯਾਨੀ ਕਿ ਉਹਨਾਂ ਨੇ ਮਾਨਤਾ ਦੇ ਦਿੱਤੀ ਹੈ ਕਿਸਾਨ ਸੰਸਦ ਨੂੰ, ਜਿਹੜਾ ਪੈਰਲਲ ਇੱਕ ਪਾਰਲੀਮੈਂਟ ਚੱਲ ਰਿਹਾ। ਬਿਲਕੁਲ ਜੀ, ਇਹ ਵੀ ਆਪਣੇ ਆਪ ਦੇ ਵਿੱਚ ਇੱਕ ਅਹਿਮ ਹੈ ਤੇ ਪਹਿਲੀ ਵਾਰ ਹੋਇਆ ਜਦੋਂ ਵਿਰੋਧੀ ਧਿਰ ਦੇ ਸ਼ੁਰੂਆਤ ਹੋਈ ਸੀ। ਅਰਵਿੰਦਰ ਜੀ, ਅੱਜ ਤੋਂ ਹਫ਼ਤਾ ਕੁ ਪਹਿਲਾਂ, ਸਭ ਤੋਂ ਪਹਿਲਾਂ ਕੇਰਲ ਦੇ ਵੀ ਸੰਸਦ ਕਿਸਾਨੀ ਇਸ ਦੇ ਵਿੱਚ ਸੰਸਦ ਦੇ ਵਿੱਚ ਗਏ ਸਨ। ਥੱਲੇ ਬੈਠ ਕੇ ਉਹ ਕਹਿੰਦੇ ਵੀ ਤੁਹਾਡਾ ਫੈਸਲਾ, ਸਾਡੀ ਤੁਸੀਂ ਬੋਲਣ ਨਹੀਂ ਦੇਣਾ, ਇਸ ਕਰਕੇ ਅਸੀਂ ਇਹਨੂੰ ਸੁਣਨਾ। ਕੱਲ ਤਕਰੀਬਨ 16 ਪਾਰਟੀਆਂ ਦੇ ਸੰਸਦ, ਰਾਹੁਲ ਗਾਂਧੀ ਉਹਦੇ ਵਿੱਚ ਇੱਕ ਸਨ, ਉਹ ਉੱਥੇ ਗਏ। ਜਿਹੜੇ ਇੱਥੇ ਸਭ ਤੋਂ ਵੱਡੇ ਕਿਸਾਨਾਂ ਦੇ ਹਮਾਇਤੀ ਬਣੇ ਫਿਰਦੇ ਨੇ, 2 ਰਾਜ ਸਭਾ ਦੇ ਮੈਂਬਰ ਨੇ ਨਾ, 2 ਲੋਕ ਸਭਾ 'ਚ ਨੇ ਪਤੀ ਪਤਨੀ, ਤੇ 3 ਉਹਨਾਂ ਦੇ ਰਾਜ ਸਭਾ ਦੇ ਵਿੱਚ। ਇੱਕ ਰਾਜ ਸਭਾ ਦੇ ਵਿੱਚ ਢੀਂਡਸਾ ਸਾਹਿਬ ਉਹਨਾਂ ਦੇ ਨਾਲ ਨਹੀਂ ਹੈਗੇ। ਉਹ ਰਾਜ ਸਭਾ ਦੇ ਵਿੱਚ ਉਹਨਾਂ ਦਾ ਕੌਣ ਹੈ? ਬਲਵਿੰਦਰ ਸਿੰਘ ਭੂੰਦੜ ਤੇ ਨਰੇਸ਼ ਗੁਜਰਾਲ। ਹਾਲੇ ਤੱਕ ਉਹਨਾਂ ਨੇ ਹਮਾਇਤ ਨਹੀਂ ਕੀਤੀ। ਜੇ ਉਹਨਾਂ ਤੋਂ ਇਹ ਸਵਾਲ ਪੁੱਛਿਆ ਜਾਂਦਾ ਹੈ ਕਿ ਤੁਸੀਂ ਜਦੋਂ ਇਹ ਕਾਨੂੰਨ ਬਣੇ ਸਨ, ਉਦੋਂ ਤਾਂ ਤੁਸੀਂ ਆਪਦੇ ਹੱਕ 'ਚ ਇਹਨਾਂ ਦੇ, ਰਵਨੀਤ ਬਿੱਟੂ ਨੇ ਤੇ ਹਰਸਿਮਰਤ ਦਾ ਜਦੋਂ ਆਪਸ ਦੇ ਉਹਨੇ ਕਿਹਾ, ਇਸ ਤੇ ਅੱਜ ਵੀ ਬੋਲਿਆ ਰਵਨੀਤ ਬਿੱਟੂ ਕਹਿੰਦਾ ਵੀ ਜੇ ਤੁਸੀਂ ਇੱਕ ਲਾਈਨ ਵੀ ਦਰਜ ਕਰਾਈ ਆ ਵਿਰੋਧ ਦੇ ਵਿੱਚ ਕਿਸਾਨੀ ਕਾਨੂੰਨਾਂ ਦੇ, ਇਹਨਾਂ 3 ਕਾਲੇ ਕਾਨੂੰਨਾਂ ਦੇ, ਤਾਂ ਲਿਆਓ ਕਿੱਥੇ ਆਓਗੇ? ਹੈ ਹੀ ਨਹੀਂ। ਉਹ ਕਹਿਤਾ ਕਿ ਅੱਜ ਬਿਆਨ ਆਇਆ ਬੀਬੀ ਹਰਸਿਮਰਤ ਕੌਰ ਬਾਦਲ ਦਾ ਵੀ ਇਹਦਾ ਡਰਾਮੇ ਕਰਦੇ ਨੇ। ਉਹ ਜੇ ਤੁਸੀਂ ਬੱਲੀਆਂ ਲੈ ਕੇ ਕਰਦੇ ਹੋ, ਦੇਖੋ ਹਰ ਬੰਦੇ ਦਾ ਆਪਣਾ ਆਪਣਾ ਢੰਗ ਹੈ। ਉਹ ਸਾਰੇ ਜਾ ਕੇ ਕਿਸਾਨੀ ਸੰਸਦ ਦੇ ਵਿੱਚ ਬੈਠੇ ਆ,
ਉੱਥੇ ਉਹਨਾਂ ਦਾ ਬੈਠਣਾ ਇਹ ਬਹੁਤ ਵੱਡੀ ਗੱਲ ਹੈਗੀ। ਇਹਦੇ ਨਾਲ ਜਿਹੜਾ ਕਿਸਾਨ ਗੱਲ ਕਰਦੇ ਨੇ ਉਹਨਾਂ ਨੂੰ ਮਾਨਤਾ ਮਿਲੀ ਹੈ। ਦੂਜਾ, ਕਿਸਾਨਾਂ ਨੇ ਕਿਹਾ ਸੀ ਕਿ ਤੁਹਾਨੂੰ ਅਸੀਂ ਵਿਪ ਜਾਰੀ ਕਰਤਾ, ਉਹਦੀ ਉਹਨਾਂ ਨੇ ਪਾਲਣਾ ਕੀਤੀ, ਸੰਸਦ ਦੇ ਚੱਲਣ ਨਹੀਂ ਦਿੱਤੀ। ਬਾਰ-ਬਾਰ ਇਹ ਕਿਹਾ ਜਾ ਰਿਹਾ ਹੈ ਕਿ ਪਹਿਲਾਂ ਕਾਨੂੰਨ ਰੱਦ ਕਰੋ ਫਿਰ ਕੋਈ ਹੋਰ ਗੱਲ ਕਰੋ। ਉਸ ਤੋਂ ਬਾਅਦ ਉਹ ਉੱਥੇ ਗਏ ਨੇ। ਪਰ ਮੈਂ ਇੱਕ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਵੀ ਗੱਲ ਕਹਿਣਾ ਚਾਹਾਂਗਾ ਕਿ ਪੰਜਾਬ ਦੇ ਵਿੱਚ ਜਿਹੜਾ ਵਿਰੋਧ ਕਰਨਾ ਸ਼ੁਰੂ ਕਰਤਾ ਨਾ, ਉਹਦੇ ਵਿੱਚ ਰਾਜਨੀਤਿਕ ਝਲਕਾਂ ਪੈਣੀਆਂ ਸ਼ੁਰੂ ਹੋ ਗਈਆਂ ਨੇ। ਇੱਕ ਪਾਸੇ ਜਿਹੜੇ ਬੰਦੇ ਕਿਸਾਨੀ ਸੰਸਦ ਦੇ ਵਿੱਚ ਜਾ ਕੇ ਬਹਿੰਦੇ ਨੇ, ਉਹਦੇ ਵਿੱਚ ਕਾਂਗਰਸ ਵੀ ਹੈ, ਉਹਦੇ ਵਿੱਚ ਜਨਤਾ ਦਲ ਵੀ ਹੈ, ਉਹਦੇ ਵਿੱਚ ਸਮਾਜਵਾਦੀ ਪਾਰਟੀ ਵੀ ਹੈ। ਜੇ ਨਹੀਂ ਗਿਆ ਕੋਈ, ਇੱਕ ਤਾਂ TMC ਦਾ ਨਹੀਂ ਗਿਆ ਹੈਗਾ, ਅਦਰਵਾਈਜ਼ ਉਹ ਇਹਨਾਂ ਦੀ ਹਮਾਇਤ ਕਰਦੇ ਨੇ। ਦੂਜਾ, ਅਕਾਲੀ ਦਲ ਨਹੀਂ ਗਿਆ। ਤੀਜਾ, ਬਹੁਜਨ ਸਮਾਜ ਪਾਰਟੀ ਵਾਲੇ ਨਹੀਂ ਗਏ, ਇਹ ਉੱਥੇ ਨਹੀਂ ਗਏ। ਬਾਕੀ ਤਕਰੀਬਨ ਸਾਰੀਆਂ ਪਾਰਟੀਆਂ ਨੇ ਆਪਣੀ ਹਾਜ਼ਰੀ ਭਰੀ ਹੈ। ਤਾਂ ਤੁਹਾਨੂੰ ਕੋਈ ਨੇਮ ਬਣਾਉਣਾ ਪਊਗਾ ਵੀ ਕਿਹਦਾ ਵਿਰੋਧ ਕਰਨਾ ਹੈ। ਜੇ ਉਹ ਬੰਦੇ ਤੁਹਾਡੀ ਗੱਲ ਮੰਨ ਕੇ, ਉਹ ਪਾਰਟੀਆਂ ਵਾਲੇ ਵੱਖ-ਵੱਖ, ਭਾਵੇਂ ਕਾਂਗਰਸ ਹੋਵੇ, ਭਾਵੇਂ NCP ਹੋਵੇ, ਸ਼ਿਵ ਸੈਨਾ ਹੋਵੇ, ਰਾਸ਼ਟਰੀ ਜਨਤਾ ਦਲ ਹੋਵੇ, ਸਮਾਜਵਾਦੀ ਪਾਰਟੀ ਹੋਵੇ, ਜੇ ਤੁਹਾਡੀ ਹਮਾਇਤ 'ਚ ਤੁਹਾਡੇ ਉੱਥੇ ਆ ਰਹੇ ਨੇ, ਤਾਂ ਜਿਹੜੇ ਦੂਜੀਆਂ ਥਾਵਾਂ ਦੇ ਉੱਤੇ ਵਿਰੋਧ ਕਰ ਰਹੇ ਨੇ, ਇਹਦੇ ਬਾਰੇ ਤੁਸੀਂ ਕੋਈ ਆਪਦੇ ਵੱਲੋਂ ਕਾਇਦਾ ਕਾਨੂੰਨ ਬਣਾ ਕੇ ਜਾਰੀ ਕਰੋ ਵੀ ਕਿਹਦਾ ਅਸੀਂ ਵਿਰੋਧ ਕਰਨਾ, ਕਿਹਦਾ ਨਹੀਂ ਕਰਨਾ। ਜੇ ਅਸੀਂ ਇੱਥੇ ਇਸੇ ਤਰ੍ਹਾਂ ਇਹਨਾਂ ਲੋਕਾਂ ਨੂੰ ਆਪਣੇ ਵਿਰੁੱਧ ਕਰ ਲਿਆ ਤੇ ਪਰ ਸਾਡੇ ਹੱਕ 'ਚ ਖੜੇਗਾ ਕੌਣ? ਜਿਹੜੇ ਬੰਦਾ ਸਾਡੀਆਂ ਹਮਾਇਤ ਕਰਦੇ ਨੇ ਉਹਨਾਂ ਦੀ ਮਦਦ ਲੈਣੀ ਚਾਹੀਦੀ ਹੈ। ਤੇ ਅਪੀਲ ਵੀ ਕੀਤੀ ਸੀ ਵੀ ਸਾਡੇ ਨਾਲ ਆ ਕੇ ਖੜੋ। ਤੁਹਾਡੀ ਅਪੀਲ ਤੇ ਉੱਥੇ ਗਏ, ਲੇਕਿਨ ਕਿਸੇ ਨੇ ਉਹਦੇ ਵਿੱਚ ਬੋਲਣ ਦਾ ਜ਼ਰੂਰਤ ਨਹੀਂ ਕੀਤਾ, ਕਿਉਂਕਿ ਬੋਲਦੇ ਇਕੱਲੇ ਕਿਸਾਨ ਆਗੂ ਹੀ ਨੇ। ਢਿੱਲੋਂ ਸਾਹਿਬ, ਇਸੇ ਦੇ ਨਾਲ ਹੀ ਕਾਂਗਰਸ ਨੇ ਵਿਰੋਧ ਕੀਤਾ ਹੈ ਕਿ ਨਰਿੰਦਰ ਮੋਦੀ ਦੇ ਨਾਮ ਤੇ ਜਿਹੜਾ ਸਟੇਡੀਅਮ ਦਾ ਨਾਮ ਰੱਖਿਆ ਗਿਆ ਹੈ ਉਹਨੂੰ ਵੀ ਬਦਲਿਆ ਜਾਵੇ, ਜਦ ਕਿ ਇੱਕ ਖੇਡ ਪੁਰਸਕਾਰ ਹੈ, ਐਵਾਰਡ ਹੈ, ਉਹ ਉਹਨਾਂ ਨੇ ਰਾਜੀਵ ਗਾਂਧੀ ਖੇਡ ਪੁਰਸਕਾਰ ਤੋਂ ਹਟਾ ਕੇ ਹਾਕੀ ਦੇ ਜਿਹੜੇ ਸਾਡੇ ਬੜੇ ਮਾਣਯੋਗ ਨੇ ਧਿਆਨ ਚੰਦ ਜੀ, ਉਹਨਾਂ ਦੇ ਨਾਮ ਤੇ ਰੱਖਣ ਦਾ ਅਨਾਉਂਸ ਕੀਤਾ। ਇਹ ਮੋਦੀ ਨੇ ਕੀਤਾ ਤੇ ਕਾਂਗਰਸ ਕਹਿੰਦੀ ਭਾਈ ਮੋਦੀ ਦੇ ਨਾਂ ਤੇ ਜਿਹੜਾ ਗਰਾਊਂਡ ਹੈ ਉਹਨੂੰ ਵੀ ਫਿਰ ਨਾ ਬਦਲੋ ਉਹਦਾ। ਨਹੀਂ, ਉਹ ਨੇ ਮੋਦੀ ਨੇ ਤਰਕ ਦਿੱਤਾ ਕਿ ਰਾਜਨੀਤਿਕ ਦੀ ਥਾਂ ਦੇ ਛੱਡ ਇਹ ਕਿਸੇ ਵੱਡੇ, ਕਿਉਂਕਿ ਧਿਆਨ ਚੰਦ ਦਾ ਨਾਮ ਮੇਜਰ ਧਿਆਨ ਚੰਦ ਦਾ ਇਸ ਕਰਕੇ ਲਿਆ ਕਿ ਮੇਜਰ ਧਿਆਨ ਚੰਦ ਦੇ ਮੁਕਾਬਲੇ ਦਾ ਦੂਜਾ ਖਿਡਾਰੀ ਹਜੇ ਹਿੰਦੁਸਤਾਨ ਕੋਲੇ ਪੈਦਾ ਨਹੀਂ ਹੋਇਆ। ਕਰ ਦਿਓ, ਮਾਨ ਸਤਿਕਾਰ ਦਿਓ, ਤੁਸੀਂ ਮਾਨਸਿਕਤਾ ਬਦਲੋ, ਨਾ ਕਿ ਨਾ ਬਦਲੋ। ਜਦੋਂ ਤੱਕ ਤੁਹਾਡੀ ਮਾਨਸਿਕਤਾ ਨਹੀਂ ਨਾ ਬਦਲੀ ਜਾਂਦੀ, ਜਿਹੜਾ ਅਹਿਮਦਾਬਾਦ ਦੇ ਵਿੱਚ ਪਟੇਲ ਸਟੇਡੀਅਮ ਦਾ ਨਾਮ ਬਦਲ ਕੇ ਨਰਿੰਦਰ ਮੋਦੀ ਸਟੇਡੀਅਮ ਰੱਖਿਆ ਹੈ, ਤਾਂ ਉਹ ਸਟੇਡੀਅਮ ਦਾ ਨਾਮ ਬਦਲ ਕੇ ਵੀ ਭਾਵੇਂ ਕਿਸੇ ਖਿਡਾਰੀ ਦੇ ਨਾਂ ਤੇ ਰੱਖੋ, ਜੇ ਕ੍ਰਿਕਟ ਸਟੇਡੀਅਮ ਹੈ ਤਾਂ ਕਿਸੇ ਪੁਰਾਣੇ ਕ੍ਰਿਕਟਰ ਦੇ ਨਾਂ ਦੇ ਉੱਤੇ ਰੱਖ ਦਿਓ। ਇੱਕ ਪਾਸੇ ਤੁਸੀਂ ਦੂਜੀ ਗੱਲ ਕਰਦੇ ਹੋ, ਜੇ ਉਹੀ ਗੱਲ ਆਪਣੇ ਵਾਲੇ ਪਾਸੇ ਆਉਂਦੀ ਆ, ਅਸਲ ਰਵਿੰਦਰ ਜੀ ਜਦੋਂ ਉਂਗਲੇ ਇੱਕ ਦੂਜੇ ਪਾਸੇ ਨੂੰ ਕਰਦੇ ਆ ਨਾ, ਜਿਹੜੀਆਂ ਤਿੰਨ ਉਂਗਲਾਂ ਆਪਦੇ ਵਾਲੇ ਪਾਸੇ ਹੁੰਦੀਆਂ ਨੇ ਉਹਨੂੰ ਭੁੱਲ ਜਾਂਦੇ ਨੇ। ਸੋ ਰਾਜਨੀਤੀ ਕਰਨੀ ਹੈ। ਉਹਨਾਂ ਨੇ ਉਹ ਪੱਤਾ ਖੇਡਿਆ ਕਿ ਦੇਖੋ ਜੀ ਮੇਜਰ ਧਿਆਨ ਚੰਦ ਦੇ ਨਾਂ ਤੇ ਕਿਸੇ ਨੇ ਰੌਲਾ ਨਹੀਂ ਪਾਉਣਾ। ਉਹ ਕਹਿੰਦੇ ਫਿਰ ਨਰਿੰਦਰ ਮੋਦੀ ਸਟੇਡੀਅਮ ਦਾ ਨਾਮ ਬਦਲ ਕੇ ਵੀ ਕਿਸੇ ਖਿਡਾਰੀ ਦੇ ਨਾਂ ਦੇ ਉੱਤੇ ਰੱਖਿਆ ਜਾਵੇ, ਕਿਸੇ ਹਾਕੀ ਦੇ ਖਿਡਾਰੀ ਤੇ ਰੱਖ ਲਿਆ ਜਾਵੇ, ਜਾਂ ਮਿਲਖਾ ਸਿੰਘ ਵਰਗੇ ਦੇ ਨਾਂ ਤੇ ਰੱਖ ਲਿਆ ਜਾਵੇ, ਕਿਸੇ ਦੇ ਨਾਂ ਤੇ ਵੀ ਰੱਖੋ। ਉੱਥੇ ਗੁਜਰਾਤ ਦੇ ਵਿੱਚ ਅਹਿਮਦਾਬਾਦ ਹੈ, ਅਹਿਮਦਾਬਾਦ ਦੇ ਵਿੱਚ ਇਹ ਸਟੇਡੀਅਮ ਦਾ ਨਾਮ ਨਰਿੰਦਰ ਮੋਦੀ ਰੱਖਿਆ ਗਿਆ ਸੀ। ਢਿੱਲੋਂ ਸਾਹਿਬ, ਬੀਜੇਪੀ ਦਾ ਇਸ ਵੇਲੇ ਕੀ ਹਾਲ ਹੈ ਪੰਜਾਬ ਦੇ ਵਿੱਚ? ਕਿਉਂਕਿ ਬਹੁਤ ਸਾਰੇ ਲੋਕ ਜਾਣਨਾ ਚਾਹ ਰਹੇ ਨੇ, ਬੀਜੇਪੀ ਆਉਣਾ ਵੀ ਚਾਹ ਰਹੀ ਹੈ, ਵੱਖੋ-ਵੱਖ ਤਰ੍ਹਾਂ ਦੇ ਬਿਆਨ ਵੀ ਜਾਰੀ ਕਰ ਰਹੀ ਹੈ, ਸਿੱਖਾਂ ਦਾ ਤੇ ਨਰਿੰਦਰ ਮੋਦੀ ਦੇ ਰਿਸ਼ਤੇ ਬਾਰੇ ਕਿਤਾਬਾਂ ਰਿਲੀਜ਼ ਕਰ ਰਹੀ ਹੈ, ਯਾਨੀ ਕਿ ਪੰਜਾਬ ਨੂੰ ਉਹ ਛੱਡਣਾ ਨਹੀਂ ਚਾਹੁੰਦੇ, ਪਰ ਹਾਲਾਤ ਕੋਈ ਬਹੁਤੇ ਵਧੀਆ ਨਹੀਂ ਲੱਗਦੇ ਉਹਨਾਂ ਦੇ। ਨਹੀਂ, ਜੇ ਜ਼ਮੀਨੀ ਪੱਧਰ ਤੇ ਆ ਕੇ ਦੇਖੋ ਤਾਂ ਭਾਰਤੀ ਜਨਤਾ ਪਾਰਟੀ ਦੇ ਹਾਲਾਤ ਕੋਈ ਬਹੁਤੇ ਉਹਨਾਂ ਦੇ ਹੱਕ 'ਚ ਨਹੀਂ ਲੱਗਦੇ। ਤਾਜ਼ਾ ਜਿਹੜੀ ਸਥਿਤੀ ਕੀਤੀ ਆ, ਉਹਨਾਂ ਨੇ ਸਿੱਖਾਂ ਦਾ ਪ੍ਰਧਾਨ ਮੰਤਰੀ ਨਾਲ ਸੰਬੰਧ ਇੱਕ ਕਿਤਾਬ ਜਾਰੀ ਕੀਤੀ ਹੈ। 69 ਪੇਜਾਂ ਦੀ ਇਹ ਕਿਤਾਬ ਹੈ। ਉਹਦੇ ਵਿੱਚ ਉਹਨਾਂ ਨੇ ਵਰਣਨ ਕੀਤਾ ਵੀ ਦੇਖੋ ਤੁਹਾਡਾ ਜਿਹੜਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਮਨਾਇਆ, ਅਸੀਂ ਨਾਲ ਸ਼ਾਮਲ ਹੋਏ। ਗੁਰੂ ਤੇਗ ਬਹਾਦਰ ਸਾਹਿਬ ਦਾ 400 ਸਾਲਾ ਮਨਾਇਆ, ਅਸੀਂ ਤੁਹਾਡੇ ਨਾਲ ਹੋਏ। ਤਾਂ ਬਹੁਤ ਸਾਰੇ ਸਿੱਖਾਂ ਦੇ ਜਿਹੜੇ ਕਾਲੀ ਸੂਚੀ 'ਚੋਂ ਨਾਂ ਕੱਢੇ ਗਏ ਨੇ, ਉਹ ਮੋਦੀ ਸਾਹਿਬ ਨੇ ਕੱਢੇ ਨੇ। ਕਰਤਾਰਪੁਰ ਸਾਹਿਬ ਦਾ ਲਾਂਘਾ ਖਿਲਾਉਣ ਦੇ ਵਿੱਚ ਮੋਦੀ ਸਾਹਿਬ ਨੇ ਬਹੁਤ ਵੱਡੀ ਭੂਮਿਕਾ ਅਦਾ ਕੀਤੀ ਹੈ। ਇਹ ਸਾਰਾ ਕੁਝ ਉਹਦੇ 'ਚ ਕਾਫੀ ਕੁਝ ਨੇ ਜਿਹੜੇ ਇਹਦੇ ਵਿੱਚ ਪਾਏ ਗਏ ਨੇ। ਉਹ ਹੁਣ ਧੜਾ ਧੜ ਵੱਖ-ਵੱਖ ਭਾਸ਼ਾਵਾਂ ਦੇ ਵਿੱਚ ਪੰਜਾਬ ਦੇ ਵਿੱਚ ਵੰਡੀ ਜਾ ਰਹੀ ਹੈ ਕਿ ਤੁਹਾਨੂੰ ਐਵੇਂ ਲੱਗਿਆ, ਅਸਲ ਦੇ ਵਿੱਚ ਤਾਂ ਸਿੱਖਾਂ ਦੇ ਸਭ ਤੋਂ ਵੱਡੇ ਰਹਿਨੁਮਾ ਤਾਂ ਮੋਦੀ ਸਾਹਿਬ ਨੇ। ਉਹ ਬੰਦਾ ਜਿਹੜਾ 10 ਸਕਿੰਟ ਸਿਰ ਤੇ ਪੱਗ ਨਹੀਂ ਰੱਖ ਸਕਿਆ, 90% ਕੁਰਬਾਨੀ ਹੋਵੇ ਸਿੱਖਾਂ ਦੀ।
85% ਤੋਂ ਵੱਧ ਦੇਸ਼ ਦੀ ਆਜ਼ਾਦੀ ਦੇ ਵਿੱਚ ਸ਼ਹੀਦੇ ਆਜ਼ਮ ਸ਼ਹੀਦ ਊਧਮ ਸਿੰਘ ਵਰਗਿਆਂ ਨੇ ਉੱਥੇ ਜਾ ਕੇ ਬਦਲਾ ਲਿਆ ਹੋਵੇ ਤਾਂ ਉਹਨਾਂ ਦੀ ਜਿਹੜੀ ਦਸਤਾਰ ਹੈ ਉਹ ਕਿੰਨਾ ਕੁ ਚਿਰ ਮਲੋਟ ਦੀ ਰੈਲੀ ਦੇ ਵਿੱਚ ਮੋਦੀ ਨੇ ਸਿਰ ਤੇ ਰੱਖੀ। ਮੈਂ ਕਹਿੰਦਾ ਸਭ ਤੋਂ ਵੱਧ ਕਸੂਰਵਾਰ ਉਹ ਲੋਕ ਨੇ ਜਿਹੜੇ ਇਹ ਕੁਰਬਾਨੀਆਂ ਭਰੀ ਕੇਸਰੀ ਦਸਤਾਰ ਨੂੰ ਇਹੋ ਜਿਹੇ ਬੰਦੇ ਦੇ ਸਿਰ ਤੇ ਰੱਖਦੇ ਨੇ। ਨਹੀਂ ਰੱਖਣੀ ਚਾਹੀਦੀ, ਕੋਈ ਵੀ ਨਹੀਂ ਰੱਖਣੀ ਚਾਹੀਦੀ। ਤੁਸੀਂ ਦਲੀਲਬਾਜ਼ੀ ਨਾਲ ਕੋਈ ਗੱਲ ਕਰੋ। ਜਦੋਂ ਕੰਮ ਤਾਂ ਤੁਹਾਡਾ ਇਹ ਹੈ ਕਿ ਸਾਰਾ ਪੰਜਾਬ ਲੁੱਟ ਕੇ ਘਰੇ ਭਰਨਾ ਹੈ ਤੇ ਪੰਜਾਬੀ 1980 ਤੋਂ ਪਹਿਲਾਂ ਜਿਹਦੇ ਤੇ ਕੋਈ ਕਰਜ਼ਾ ਨਹੀਂ ਹੁੰਦਾ ਸੀ ਅੱਜ 3 ਲੱਖ ਕਰੋੜ ਦੇ ਕਰਜ਼ੇ 'ਚ ਦਬੇ ਫਿਰਦੇ ਨੇ। ਤੁਸੀਂ ਜੇ ਇੰਨੇ ਕੁ ਗੰਭੀਰ ਇਸ ਰਾਜ ਵਾਸਤੇ ਹੁੰਦੇ ਤਾਂ ਅੱਜ ਕਿਸਾਨ 8 ਮਹੀਨਿਆਂ ਤੋਂ ਦਿੱਲੀ ਦੇ ਸਰਹੱਦਾਂ ਦੇਣਾ ਬੈਠੇ ਹੁੰਦੇ। ਤੁਸੀਂ ਕੀਤਾ ਹੀ ਕੁਛ ਨਹੀਂ ਉਹਨਾਂ ਵਾਸਤੇ। ਟੌਰਾਂ ਜਿੰਨੀਆਂ ਮਰਜ਼ੀ ਮਾਰੀ ਜਾਓ, ਜਦੋਂ ਤੱਕ ਤੁਹਾਡਾ ਇਸੇ ਤਰ੍ਹਾਂ ਦਾ ਰਵੱਈਆ ਰਹੇਗਾ ਲੋਕਾਂ ਦੇ ਵਿੱਚ ਅਨਿਸ਼ਚਿਤਤਾ ਦਾ ਮਾਹੌਲ ਰਹੇਗਾ। ਪੰਜਾਬ ਵਿੱਚ ਲਗਾਤਾਰ ਅਨਿਸ਼ਚਿਤਤਾ ਹੈ, ਬੇਰੁਜ਼ਗਾਰੀ ਵੱਧ ਰਹੀ ਹੈ, ਬੱਚੇ ਅਰਬਾਂ ਰੁਪਈਆ ਲੈ ਕੇ ਵਿਦੇਸ਼ਾਂ ਵੱਲ ਨੂੰ ਮੂੰਹ ਕਰ ਰਹੇ ਨੇ। ਇੱਕ ਪ੍ਰਧਾਨ ਮੰਤਰੀ ਤੱਕ ਦਾ ਉਮੀਦਵਾਰ ਜੇ ਇਹ ਗੱਲ ਕਹੇ ਕਿ 15-15 ਲੱਖ ਤੁਹਾਡੇ ਖਾਤਿਆਂ 'ਚ ਪਾਵਾਂਗੇ, ਲੈ ਕੇ ਆਵਾਂਗੇ, ਕਾਲਾ ਧਨ ਲੈ ਕੇ ਆਊਂਗਾ, ਉਲਟਾ ਜਿਹੜਾ ਬੰਦਿਆਂ ਨੂੰ ਜਹਾਜ਼ਾਂ ਬਾਰੇ ਇੱਲ ਤੇ ਕੁੱਕੜ ਨਹੀਂ ਪਤਾ ਹੈਗਾ ਉਹਨਾਂ ਨੂੰ ਤੁਸੀਂ ਰਫੇਲ ਦੀ ਜਿਹੜੀ ਮੁਰੰਮਤ ਦਾ ਕਰੋੜਾਂ ਅਰਬਾਂ ਦਾ ਠੇਕਾ ਦਵਾ ਰਹੇ ਹੋ। ਨਾਲ ਜਾ ਕੇ ਰਫਾਲ ਮਗਰੋਂ ਆਏ ਨੇ, ਠੇਕਾ ਪਹਿਲਾਂ ਕਰਵਾ ਦਿੱਤਾ ਗਿਆ। ਜਦੋਂ ਤੁਹਾਡੀ ਕਹਿਣੀ ਤੇ ਕਰਨੀ ਦੇ ਵਿੱਚ ਅੰਤਰ ਰਹੇਗਾ ਰਵਿੰਦਰ ਜੀ, ਉਦੋਂ ਤੱਕ ਇਹ ਦੇਸ਼ ਐਸੇ ਤਰ੍ਹਾਂ ਹੋਏਗਾ। ਲੋਕਾਂ ਨੂੰ ਤਾਂ ਰੋਟੀ ਤੱਕ ਹੈ। ਆਹ ਬੱਚੇ ਜਿਹੜੇ ਐਡਾ ਨਾ ਚਮਕਾ ਕੇ ਮੈਨੂੰ ਇੱਕ ਚੀਜ਼ ਇੱਥੇ ਲੱਗਦੀ ਹੈ ਕਿ ਸ਼ਾਇਦ ਪ੍ਰਧਾਨ ਮੰਤਰੀ ਦੇਸ਼ ਦੇ ਹੁੰਦੇ ਨੇ ਤੇ ਦੇਸ਼ ਦੇ ਵਿੱਚ ਸਾਰੇ ਧਰਮ ਨੇ, ਹਿੰਦੂ, ਸਿੱਖ, ਈਸਾਈ, ਮੁਸਲਮਾਨ, ਸਾਰੇ ਧਰਮ ਇੱਥੇ ਵਸਦੇ ਨੇ ਤੇ ਇੱਕ ਧਰਮ ਦੇ ਨਾਲ ਤੁਸੀਂ ਰਿਸ਼ਤਾ ਜੋੜਨਾ ਇਹ ਇੱਕ ਡੈਮੋਕ੍ਰੇਸੀ ਦੇ ਸਿਸਟਮ ਦਾ ਘਾਣ ਹੈ। ਇਹ ਨੁਕਸਾਨ ਹੈ। ਧਰਮ ਦੇ ਉੱਤੇ ਰਾਜਨੀਤੀ ਜਿਹੜੀ ਕਰਨੀ ਹੈ ਇਹ ਸਾਡੇ ਦੇਸ਼ 'ਚ ਹੀ ਹੁੰਦੀ ਹੈ। ਇਹ ਪਤਾ ਨਹੀਂ ਕਿਉਂ ਹੁੰਦੀ ਹੈ, ਜਦ ਕਿ ਇਹ ਚੀਜ਼ਾਂ ਤੋਂ ਸਾਨੂੰ ਦਰਕਿਨਾਰ ਹੋਣਾ ਚਾਹੀਦਾ। ਸਾਨੂੰ ਸਮਝਾਉਣਾ ਚਾਹੀਦਾ ਲੀਡਰਾਂ ਨੂੰ ਕਿ ਭਾਈ ਤੁਹਾਨੂੰ ਕੀ ਜ਼ਰੂਰਤ ਪੈ ਗਈ ਹੈ ਸਿੱਖਾਂ ਨਾਲ ਤੁਹਾਡਾ ਰਿਸ਼ਤਾ ਦੱਸਣ ਦੀ। ਕਦੇ ਮਨਮੋਹਨ ਸਿੰਘ ਹੋਣਾ ਨੇ ਹਿੰਦੂਆਂ ਨਾਲ ਰਿਸ਼ਤਾ ਦੱਸਿਆ ਹੋਵੇ ਜਾਂ ਕਿਸੇ ਹੋਰ ਪ੍ਰਧਾਨ ਮੰਤਰੀ ਨੇ ਦੱਸਿਆ ਹੋਵੇ ਭਾਈ ਵੀ ਮੇਰਾ ਤਾਂ ਈਸਾਈਆਂ ਨਾਲ ਬਹੁਤ ਵਧੀਆ ਰਿਸ਼ਤਾ ਆ। ਸੋ ਇਹ ਸਾਰੀਆਂ ਚੀਜ਼ਾਂ ਤੋਂ ਸਾਨੂੰ ਸ਼ਾਇਦ ਦੂਰ ਹੋਣਾ ਚਾਹੀਦਾ। ਪਰ ਇਹ ਜਿਹੜੀ ਸਿਆਸਤ ਹੈ ਇਹ ਕਿ ਜੀ ਸਿੱਖਾਂ ਨਾਲ ਮੇਰਾ ਰਿਸ਼ਤਾ ਆ, ਤੁਸੀਂ ਦੇਖੋ ਨਾ ਠੀਕ ਹੈ ਜੀ। ਤੁਸੀਂ ਦੇਖੋ ਨਾ ਇਹ ਬਿਲਕੁਲ ਨਹੀਂ ਹੈਗਾ। ਜਦੋਂ ਸੂਰਜ ਚੜ੍ਹਦਾ ਸਾਰਿਆਂ ਨੂੰ ਦਿਸਦਾ, ਦੱਸਣ ਦੀ ਲੋੜ ਨਹੀਂ ਹੁੰਦੀ ਉਦੋਂ। ਇਹ ਬਿਲਕੁਲ ਗਲਤ ਹੈਗਾ। ਮੇਰੇ ਖਿਆਲ ਜਿੱਦਾਂ ਮਹਾਰਾਜਾ ਰਣਜੀਤ ਸਿੰਘ ਹੋਣਾ ਦਾ ਰਾਜ ਹੁੰਦਾ ਸੀ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਸਾਰਿਆਂ ਨੂੰ ਫੰਡ ਵੰਡੇ ਸੀ। ਬਿਲਕੁਲ, ਪਰ ਉਹ ਕੋਈ ਇਦਾਂ ਦਾ ਕਿਸੇ ਨਾਲ ਵਿਤਕਰਾ ਨਹੀਂ ਕੀਤਾ ਸੀ ਉਹਨਾਂ ਨੇ, ਕਿਸੇ ਨਾਲ ਵਿਤਕਰਾ ਨਹੀਂ ਕੀਤਾ ਸੀਗਾ। ਉਹ ਰਾਜ ਤਾਂ ਦੁਬਾਰਾ ਸੋਚਦੇ ਆ ਲੋਕ। ਆ ਜਿਹੜੇ ਸਾਡੇ ਸੋ ਕਾਲਡ ਹੁਣ ਠੇਕੇਦਾਰ ਬਣੇ ਬੈਠੇ ਆ ਨਾ, ਇਹਨਾਂ ਦੀਆਂ ਬਹੁਤ ਵੱਡੀਆਂ ਭੂਮਿਕਾਵਾਂ ਨੇ। ਇਹਨਾਂ ਨੇ ਵੀ ਕੁਝ ਨਹੀਂ ਕੀਤਾ। ਇੱਕ ਗੱਲ ਤੁਸੀਂ ਦੇਖੋ ਕਿ ਰਾਜਨੀਤੀ ਹੁੰਦੀ ਕਿਵੇਂ ਹੈ। ਹੁਣ ਕਹਿੰਦੇ ਜੀ 15 ਅਗਸਤ ਨੂੰ ਅਸੀਂ ਇੱਕ ਤਿਰੰਗਾ ਯਾਤਰਾ ਕੱਢਣੀ ਹੈ। ਕੱਲ ਭਗਵੰਤ ਮਾਨ ਨੇ ਪਾਰਲੀਮੈਂਟ ਦੇ ਵਿੱਚ ਐਸੀ ਤੈਸੀ ਫੇਰੀ। ਉਹ ਕਹਿੰਦਾ ਜਿਹੜੀ ਪਾਰਟੀ ਦਾ ਨਾਗਪੁਰ ਹੈੱਡਕੁਆਟਰ ਹੋਵੇ ਤੇ 5 ਦਹਾਕੇ ਉੱਥੇ ਰਾਸ਼ਟਰੀ ਝੰਡਾ ਚਲਾਇਆ ਹੀ ਨਹੀਂ ਕਦੇ, ਹੁਣ ਉਹਨਾਂ ਨੂੰ ਰਾਸ਼ਟਰੀ ਝੰਡੇ ਦਾ ਹੇਜ ਆ ਗਿਆ। ਪੁਰਾਣੀਆਂ ਗੱਲਾਂ ਖਤਮ ਹੋ ਗਈਆਂ। ਹੁਣ ਸੋਸ਼ਲ ਮੀਡੀਆ ਦੇ ਉੱਤੇ 1 ਮਿੰਟ ਤੋਂ ਪਹਿਲਾਂ ਲੋਕ ਉਹ ਲੈ ਆਉਂਦਾ। ਤੁਹਾਨੂੰ ਯਾਦ ਹੋਣਾ ਜਦੋਂ ਕਿਹਾ ਉੱਥੇ ਪਾਰਲੀਮੈਂਟ ਦੇ ਵਿੱਚ ਇੱਕ ਮੈਂਬਰ ਪਾਰਲੀਮੈਂਟ ਨੇ ਜਿਹਦੇ ਪਹਿਲੇ ਦਿਨ ਮੈਡਲ ਆਇਆ ਹੈਗਾ, ਕੁੜੀ ਸਾਡੀ ਉਹ ਜਿੱਤ ਕੇ ਆਈ ਹੈ ਚਾਨੂ। ਵੀ ਦੇਖੋ ਕਿੱਡਾ ਵੱਡਾ ਮੋਦੀ ਸਾਹਿਬ ਨੇ ਕਿੰਨੀ ਐਸਪੀਰੇਸ਼ਨ ਦਿੱਤੀ ਹੈ ਕਿ ਇਹ ਖਿਡਾਰੀ ਜਿਹੜੇ ਉਹ ਜਿੱਤ ਆਏ। ਉਹਦੇ ਨਾਲ ਹੀ ਚੈਨਲ ਨੇ ਚਲਾਤੀ ਕਿ ਲਵਲੀਨਾ ਅਸਾਮ ਵਾਲੀ ਉਹ ਆਪਣੇ ਪਿਤਾ ਦੇ ਨਾਲ ਖੇਤਾਂ 'ਚ ਝੋਨਾ ਲਾ ਰਹੀ ਹੈ। ਆ ਸਾਡੀ ਹਰਮਨਪ੍ਰੀਤ ਜਿਹੜੀ ਮਾਨਸਾ ਜ਼ਿਲ੍ਹੇ ਦੀ ਹੈ ਕਰਾਟੇ ਵਾਲੀ, ਉਹ ਝੋਨਾ ਲਾ ਰਹੀ ਸੀ। ਅੱਜ ਦਾ ਇੱਕ ਹੋਰ ਆਇਆ ਹੈਗਾ, ਇੱਕ ਹੋਰ ਖਿਡਾਰਨ ਹੈ, ਉਹ ਜਿਹੜੀ ਹੈ ਘਰਾਂ ਦੇ ਵਿੱਚ ਕੰਮ ਕਰਨ ਵਾਸਤੇ ਮਜਬੂਰ ਹੈ। ਇੱਕ ਕੁੜੀ ਹੋਰ ਹੈ, ਉਹ ਜਿਹੜੀ ਖਿਡਾਰਨ ਹੈ ਬਹੁਤ ਵੱਡੀ ਉੱਚ ਪੱਧਰ ਦੀ, ਉਹ ਵੀ ਇਸ ਤਰ੍ਹਾਂ ਦਾ ਕੰਮ ਕਰ ਰਹੀ ਹੈ। ਉਹ ਇਹਨਾਂ ਨੂੰ ਦਿੰਦਾ ਨਹੀਂ। ਜਦੋਂ ਆਪਾਂ ਲੋਕ ਇਹਨੂੰ ਮੀਡੀਆ ਦੇ ਵਿੱਚ ਲੈ ਆਉਂਦੇ ਆ ਫਿਰ ਵਹੀਰਾਂ ਕੱਤ ਪੈਂਦੇ ਨੇ ਉਧਰ ਨੂੰ, ਇੱਕ ਦੂਜੇ ਤੋਂ ਅੱਗੇ ਹੋ ਕੇ ਮੈਂ ਪਿੱਛੇ ਨਾ ਰਹਿ ਜਾਂ ਕਿਤੇ। ਸੋ ਜ਼ਮੀਨੀ ਹਕੀਕਤਾਂ ਤਲਾਸ਼ਣ ਦੀ ਲੋੜ ਹੈ। ਮੈਡਲ ਕੱਲੇ ਭਾਰਤ ਨਹੀਂ, ਕੱਲੇ ਪੰਜਾਬ ਦੇ ਲੋਕ, ਤੁਹਾਨੂੰ ਯਾਦ ਹੋਣਾ 1976 ਦਾ ਮਾਮਲਾ, ਰਸ਼ੀਆ ਦੀ ਟੀਮ ਹਿੰਦੁਸਤਾਨ ਦੇ ਵਿੱਚ ਆਈ 72 ਸੀ ਜਾਂ 76 ਜਾਂ 80 ਸੀ, ਇਹਦੇ ਨੇੜੇ ਤੇੜੇ ਹੈ। ਤਾਂ ਪੰਜਾਬ ਦੀ ਜਿਹੜੀ ਭਾਰਤ ਦੀ ਟੀਮ ਸੀ ਹਾਕੀ ਦੀ, ਉਹ ਹਾਰ ਗਈ। ਉਸੇ ਟੀਮ ਨੂੰ ਕੱਲੇ ਪੰਜਾਬ ਦੀ ਨੇ ਭੜਕਾਤਾ ਜੀ। ਉਸੇ ਟੀਮ ਨੂੰ ਉਸੇ 2 ਦਿਨਾਂ ਬਾਅਦ
ਇਹਦਾ ਮਤਲਬ ਜਿੱਥੇ ਜਿੱਥੇ ਟੈਲੈਂਟ ਪਿਆ ਇਹਨੂੰ ਰਾਖਵੇਂ ਕਰਨ 'ਚ ਨਾ ਲੈ ਕੇ ਜਾਓ। ਜਿਵੇਂ ਇਹ ਸਿਆਸਤਾਂ ਨਾ ਕਰੋ, ਇਹ ਸਿਆਸਤਾਂ ਪਾਰਲੀਮੈਂਟ ਵਿਧਾਨ ਸਭਾ 'ਚ ਕਰ ਲਓ। ਖਿਡਾਰੀ ਖਿਡਾਰੀ ਹੈ, ਉਹ ਭਾਵੇਂ ਕਿਸੇ ਜਾਤ ਨਾਲ, ਕਿਸੇ ਮਜ਼ਹਬ ਨਾਲ, ਕਿਸੇ ਧਰਮ ਨਾਲ ਸੰਬੰਧਿਤ ਹੋਵੇ, ਖਿਡਾਰੀ ਖਿਡਾਰੀ ਬਣਾ ਲਓ। ਇਹਨਾਂ ਦੇ ਵਿੱਚ ਰਾਜਨੀਤੀਆਂ ਨਾ ਕਰੋ। ਆ ਜਿਹੜੀਆਂ ਫੈਡਰੇਸ਼ਨਾਂ ਤੁਹਾਡੀਆਂ ਭ੍ਰਿਸ਼ਟਾਚਾਰ ਦੇ ਅੱਡੇ ਨੇ, ਇਹਨਾਂ ਨੂੰ ਖਤਮ ਕਰੋ। ਖਿਡਾਰੀਆਂ ਦੇ ਹੱਥ ਇਹਦੀ ਬਾਗਡੋਰ ਦਿਓ। ਤੁਸੀਂ ਪੰਜਾਬ ਦਾ ਅਫਸੋਸ ਨਹੀਂ ਕਿ ਖੇਡ ਮੰਤਰੀ ਚਾਪਲੂਸ ਹੋਵੇ ਮੁੱਖ ਮੰਤਰੀ ਦਾ, ਤੇ ਜਿਹੜਾ 10 ਸਾਲ ਤਿਰੰਗਾ ਚੱਕ ਕੇ ਕਪਤਾਨੀ ਕੀਤੀ ਹੋਵੇ ਉਹ ਤੁਹਾਡੇ ਕੋਲ ਹੈ, ਤੇ ਉਹ ਦਿਖਦਾ ਕਿਉਂ ਨਹੀਂ? ਕਿਉਂਕਿ ਉਹ ਆਪਦੇ ਨਾਲ ਨਹੀਂ। ਜੀ, ਰਾਜਨੀਤੀ ਹੈ ਜੀ। ਇਹਦੇ ਨਾਲ ਹੀ ਢਿੱਲੋਂ ਸਾਹਿਬ ਆਪਾਂ ਪ੍ਰੋਗਰਾਮ ਨੂੰ ਸਮਾਪਤੀ ਵੱਲ ਵਧਾਉਂਦੇ ਹਾਂ, ਕਿਉਂਕਿ ਸਮਾਂ ਉਨਾ ਕੀ ਹੁੰਦਾ ਆ ਕਿ ਅਸੀਂ ਕੁਛ ਕੀ ਖਬਰਾਂ ਇਹਦੇ 'ਚ ਚੱਕ ਸਕਦੇ ਹਾਂ। ਪਰ ਤੁਸੀਂ ਰੋਜ਼ਾਨਾ ਇਹ ਪ੍ਰੋਗਰਾਮ ਦੇਖਦੇ ਰਹੋ ਜੀ। D5 ਚੈਨਲ ਨੂੰ ਸਬਸਕ੍ਰਾਈਬ ਕਰੋ, ਇਹਦੇ ਪ੍ਰੋਗਰਾਮ ਦੇਖਿਆ ਕਰੋ, ਤਾਂ ਕਿ ਪੰਜਾਬ ਦੀ ਹਰ ਖਬਰ ਦੇ ਨਾਲ ਤੁਸੀਂ ਅਪਡੇਟਡ ਰਹੋ। ਤੇ YouTube ਨੂੰ ਚੈਨਲ ਨੂੰ ਜਾਂ Facebook ਪੇਜ ਨੂੰ ਸਾਡੇ ਨੂੰ ਲਾਈਕ ਕਰੋ, YouTube ਨੂੰ ਸਬਸਕ੍ਰਾਈਬ ਕਰੋ। ਇਹਦੇ ਨਾਲ ਹੀ ਤੁਹਾਡੇ ਤੋਂ ਸਾਰਿਆਂ ਤੋਂ ਇਜਾਜ਼ਤ ਚਾਹਾਂਗੇ, ਤੇ ਢਿੱਲੋਂ ਸਾਹਿਬ ਦਾ ਬਹੁਤ ਬਹੁਤ ਅਸੀਂ ਧੰਨਵਾਦ ਵੀ ਕਰਦੇ ਹਾਂ। ਧੰਨਵਾਦ, ਸ਼ੁਕਰੀਆ ਜੀ, ਬਹੁਤ ਮਿਹਰਬਾਨੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲਿਆਂ ਨਾਲ ਕਰੋ ਸਿੱਧੀ ਗੱਲਬਾਤ ਤੇ ਜਾਣੋ ਗੁਰਬਾਣੀ ਦੇ ਅਰਥ। ਰੋਜ਼ਾਨਾ ਪਾਠ ਕਰਨ ਵਾਲੇ ਇਹ ਪ੍ਰੋਗਰਾਮ ਜ਼ਰੂਰ ਦੇਖਣ ਤੇ ਗੁਰੂ ਸਾਹਿਬ ਦੀਆਂ ਅਸੀਸਾਂ ਦੇ ਪਾਤਰ ਬਣਨ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਗੁਰਬਾਣੀ ਗਿਆਨ, ਐਤਵਾਰ ਸਵੇਰੇ 7 ਤੋਂ 8 ਵਜੇ ਤੱਕ D5 ਚੈਨਲ ਪੰਜਾਬੀ ਤੇ।